ਦੀਪ ਸਿੱਧੂ ਉਦੋਂ ਆਉਂਦਾ ਸਿਰਫ ਆਪਣੀ ਜਿਹੜੀ ਹੈਗੀ ਆ ਲੀਡਰੀ ਚਮਕਾਉਣ ਲਈ, ਜਦੋਂ ਬੈਰੀਕੇਡ ਟੁੱਟ ਕੇ ਕਿਸਾਨਾਂ ਦੀਆਂ ਟਰਾਲੀਆਂ ਅੱਗੇ ਨਿਕਲ ਜਾਂਦੀਆਂ ਤੇ ਪੁਲਿਸ ਜਿਹੜੀ ਹੈਗੀ ਆ ਰਾਹ ਦੇਂਦੀ ਆ। ਇਹ ਤਾਂ ਨੇੜੇ ਵੀ ਨਹੀਂ ਸੀ, ਇਹ ਤਾਂ ਪੂਰੀ ਰੈਸਟੋਕੇਸੀ ਦੇ ਨਾਲ ਵਧੀਆ ਕੱਪੜਿਆਂ ਦੇ ਵਿੱਚ ਆਇਆ ਤੇ ਫਿਰ ਇੱਕ ਟਰਾਲੀ ਦੇ ਪਿੱਛੇ ਧੱਕਾ ਲਾਉਂਦਾ ਹੋਇਆ ਵੀ ਅਸੀਂ ਬੈਰੀਕੇਡ ਤੋੜਤੇ, ਬੈਰੀਕੇਡ ਤੋੜਤੇ ਤੇ ਸਭ ਤੋਂ ਪਹਿਲਾਂ ਦਿੱਲੀ ਪਹੁੰਚ ਗਿਆ, ਬਾਕੀ ਨੂੰ ਇਹਨੂੰ ਨਹੀਂ ਰੋਕਿਆ। ਮੈਨੂੰ ਇੱਕ ਗੱਲ ਜਿਹੜੀ ਮੈਂ ਵਾਰ-ਵਾਰ ਮੈਨੂੰ ਪਿੰਚ ਕਰ ਰਹੀ ਸੀ ਜਾਂ ਮੈਨੂੰ ਕਿਤੇ ਨਾ ਕਿਤੇ ਚੁੰਮ ਹੀ ਲੱਗ ਰਹੀ ਸੀ, ਜਦੋਂ ਵੀ ਕਿਤੇ ਸਰਕਲ ਦੇ ਵਿੱਚ ਮੀਟਿੰਗ ਹੁੰਦੀ ਸੀ ਉਹ ਉੱਠ ਕੇ ਚਲੇ ਜਾਂਦਾ ਸੀ। ਕਦੇ ਅਕਾਲੀ ਦਲ ਨਾਲ ਸਾਂਝ, ਕਦੇ ਮਨਜਿੰਦਰ ਸਿੰਘ ਸਿਰਸਾ ਦੀ ਗੱਡੀ ਦੇ ਵਿੱਚ ਅਦਾਲਤ ਦੇ ਵਿੱਚ ਕੁਝ ਹੋਰ ਕਹਿ ਦੇਣਾ, ਉਹ ਤੋਂ ਬਾਅਦ ਕਹਿੰਦਾ ਮੈਂ ਇੱਦਾਂ ਨਹੀਂ ਇੱਦਾਂ ਕਿਹਾ। ਇਹ ਮੈਨੂੰ ਇਹ ਲੱਗਦਾ ਵੀ ਕੋਈ ਜਿਹੜਾ ਹੈਗਾ ਮਾਈਂਡ ਸੈਟ ਅਜੇ ਤੱਕ ਬਣਿਆ ਹੀ ਨਹੀਂ ਹੈਗਾ ਵੀ ਕਰਨਾ ਕੀ ਹੈ। ਮੈਨੂੰ ਇਹ ਵੀ ਲੱਗਦਾ ਕਿਤੇ ਨਾ ਕਿਤੇ ਵੀ ਕਿਤੇ ਸਾਈਕੋ ਤਾਂ ਨਹੀਂ, ਵੀ ਕਿਤੇ ਹੁਣ ਮੈਨੂੰ ਲੱਗਣ ਲੱਗ ਗਿਆ ਵੀ ਯਾਰ ਇਹ ਕਮਲਾ ਤਾਂ ਨਹੀਂ ਬੰਦਾ। ਤੁਹਾਡੇ ਜੋ ਕਿਸੇ ਨੂੰ ਕੋਈ ਆਪੱਤੀ ਸੀ, ਤੁਸੀਂ ਕਹਿੰਦੇ ਨਾ ਕਨੂਪ੍ਰਿਆ ਛੱਡ ਗਈ ਜਾਂ ਹੋਰ ਬੜੇ ਬੰਦੇ ਸੀ ਉਹ ਛੱਡ ਗਏ ਸੀ, ਕੋਈ ਦਿੱਕਤ ਸੀਗੀ ਪਾਰਟੀ ਬਣਾਉਣ ਤੋਂ? ਖੁੱਲ੍ਹ ਕੇ ਗੱਲ ਹੋਈ ਸੀ ਵੀ ਪਾਰਟੀ ਬਣਾਵਾਂਗੇ ਕੋਈ? ਬਿਲਕੁਲ ਬਿਲਕੁਲ, ਇਹ ਕਹਿੰਦੇ ਸੀ ਵੀ ਆਪਣੇ ਖਹਿਰਾ ਸਾਹਿਬ, ਗਾਂਧੀ ਜੀ, ਛੋਟੇਪੁਰ ਸਾਹਿਬ, ਮੈਂ ਕਿਹਾ ਕੋਈ ਪ੍ਰੋਬਲਮ ਨਹੀਂ, ਬਣਨੀ ਚਾਹੀਦੀ ਆ, ਪਰ ਕਲੀਅਰ ਹੋਣਾ ਚਾਹੀਦਾ ਵੀ ਆਪਾਂ ਨੇ ਬਣਾਉਣੀ ਆ। 26 ਦੀ ਘਟਨਾ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਪਲਾਨ ਕੀਤੀ ਗਈ ਜਾਂ ਦੀਪ ਸਿੱਧੂ ਦੇ ਜੋ ਬਿਆਨ ਸੀ ਉਹ ਸੱਚੇ? ਬਾਈ ਜੀ ਬਿਨਾਂ ਪਲਾਨਿੰਗ ਤੋਂ ਕੁਝ ਨਹੀਂ ਹੁੰਦਾ। ਪਲਾਨਿੰਗ ਤਾਂ ਕਿਸਾਨਾਂ ਦੀ ਸੀ ਨਾ ਵੀ ਆਪਾਂ ਨੇ ਰਿੰਗ ਰੋਡ ਤੇ ਜਾਣਾ, ਵੀ ਇੱਕ ਰੂਟ ਜਿਹੜਾ ਆਪਾਂ ਨੂੰ ਰਿੰਗ ਰੂਟ ਦਿੱਤਾ ਗਿਆ ਉਹਦੇ ਪਰ ਹੀ ਰਹਿਣਾ ਆਪਾਂ ਨੇ। ਜਦੋਂ ਪਲਾਨਿੰਗ ਨੂੰ ਤੋੜਨ ਲਈ ਵੀ ਤਾਂ ਤੁਸੀਂ ਪਲਾਨਿੰਗ ਕਰੋਗੇ ਨਾ, ਤੁਸੀਂ ਫਿਰ ਲਾਲ ਕਿਲੇ ਕੀ ਕਰਨ ਜਾਂਦੇ ਹੋ? ਮੈਂ ਇੱਕ ਗੱਲ ਕਹਿਣਾ ਹੁੰਦਾ ਖਾਲਿਸਤਾਨੀਆਂ ਨੂੰ ਵੀ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਬਾਬਾ ਬੀਜਿੰਗ ਤੋਂ ਲੈ ਕੇ ਰੋਮ ਤੱਕ ਲੋਕਾਂ 'ਚ ਜਾਂਦਾ ਰਿਹਾ। ਬਾਬੇ ਦੇ ਕਿਹੜਾ ਉਹ ਧਰਮ ਭਰਾ ਸੀਗੇ, ਕਿਤੇ ਮੁਸਲਮਾਨ ਸੀ, ਕਿਤੇ ਹਿੰਦੂ ਸੀ, ਕਿਤੇ ਬੋਧੀ ਸੀਗੇ, ਤੇ ਫਿਰ ਖਾਲਿਸਤਾਨ ਤਾਂ ਐਡਾ ਹੋਣਾ ਚਾਹੀਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸਰਕਾਰ। ਦੋਸਤੋ, ਕਿਸਾਨੀ ਅੰਦੋਲਨ ਜਿਵੇਂ ਅੱਗੇ ਵਧਦਾ ਗਿਆ, ਬਹੁਤ ਸਾਰਾ ਇਤਿਹਾਸ ਤੇ ਇਕੱਠਾ ਹੋਇਆ। ਕਿਸਾਨੀ ਅੰਦੋਲਨ ਦੇ ਨਾਲ ਕਿ ਸੰਘਰਸ਼ ਕਿਵੇਂ ਲੜੇ ਜਾਂਦੇ ਨੇ ਤੇ ਖਾਸ ਤੌਰ ਤੇ ਇਸ ਦੇ ਚੱਲਦੇ ਹੋਏ ਕਿ ਅਗਲੀਆਂ ਪੀੜ੍ਹੀਆਂ ਨੂੰ ਕਿਵੇਂ ਯਾਦ ਰੱਖਣਗੀਆਂ, ਇਸ ਦੇ ਨਾਲ ਬਦਲਾਅ ਕੀ ਆਵੇਗਾ। ਪਰ ਇਸ ਦੇ ਚੱਲਦੇ ਹੋਏ ਬਹੁਤ ਸਾਰੇ ਅਧਿਆਏ ਨੇ। ਜੇਕਰ ਅਸੀਂ ਕਿਸਾਨੀ ਅੰਦੋਲਨ ਦੀ ਗੱਲ ਕਰੀਏ, ਬਹੁਤ ਸਾਰੇ ਅਧਿਆਏ ਜਾਂ ਬਹੁਤ ਸਾਰੇ ਸਫ਼ੇ ਅਜਿਹੇ ਜੁੜੇ ਨੇ ਜੋ ਸ਼ਾਇਦ ਕਿਤੇ ਨਾ ਕਿਤੇ ਕਾਲੀ ਵਿੱਚ ਪੜ੍ਹੇ ਗਏ ਜਾਂ ਜਿਨ੍ਹਾਂ ਤੇ ਅੱਜ ਦੁਬਾਰਾ ਸਵਾਲ ਉੱਠ ਰਹੇ ਨੇ। ਉਹਨਾਂ ਅਧਿਆਇਆਂ 'ਚੋਂ ਇੱਕ ਅਧਿਆਏ ਸ਼ੰਭੂ ਮੋਰਚੇ ਦਾ ਆ ਕਿ ਸ਼ੰਭੂ ਮੋਰਚਾ ਅੱਜ ਸਵਾਲਾਂ ਦੇ ਘੇਰੇ ਵਿੱਚ ਫਿਰ ਖੜਾ ਨਜ਼ਰ ਆਉਂਦਾ ਹੈ ਕਿ ਸ਼ੰਭੂ ਮੋਰਚਾ ਕਿਸ ਤਰੀਕੇ ਨਾਲ ਲਾਇਆ ਗਿਆ, ਕਿਸ ਤਰੀਕੇ ਨਾਲ ਮੂਵਮੈਂਟ ਹੋਈ, ਜਾਂ ਕਿੱਥੇ ਜਿਹੜੇ ਬੰਦੇ ਉਸ ਮੋਰਚੇ ਨਾਲ ਜੁੜੇ ਸੀ ਤਾਂ ਉਹ ਬਹੁਤ ਛੇਤੀ ਉੱਥੋਂ ਛੱਡਦੇ ਕਿਉਂ ਗਏ। ਸੋ ਅਜਿਹੀ ਇੱਕ ਸੱਜਣ ਨੇ, ਸਿਆਸੀ ਹਸਤੀ ਆ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਤਰਲੋਚਨ ਸਿੰਘ ਲਾਲੀ ਮੇਰੇ ਨਾਲ ਨੇ। ਉਹ ਸ਼ੰਭੂ ਮੋਰਚੇ ਦੇ ਨਾਲ ਜੁੜੇ, ਕੁਝ ਦਿਨ ਰਹੇ, ਪਰ ਉਹ ਸਿਆਸਤਦਾਨ ਦੀ ਇੱਕ ਬਿਰਤੀ ਹੁੰਦੀ ਹੈ, ਉਹ ਬੜੀ ਛੇਤੀ ਭਾਂਪ ਲੈਂਦੇ ਨੇ, ਬੜੀ ਛੇਤੀ ਦੇਖ ਲੈਂਦੇ ਨੇ ਕਿ ਕਿਸ ਤਰੀਕੇ ਨਾਲ ਕਿਹੜੀ ਲਹਿਰ ਚਲਾਈ ਜਾ ਰਹੀ ਹੈ। ਤੇ ਬੜੇ ਸਵਾਲ ਉਹਨਾਂ ਵੱਲੋਂ ਵੀ ਖੜੇ ਕੀਤੇ ਜਾ ਰਹੇ ਨੇ ਕਿ ਸ਼ੰਭੂ ਮੋਰਚੇ ਵਿੱਚ ਬਹੁਤ ਕੁਝ ਗਲਤ ਹੋਇਆ ਜਿਸ ਦਾ ਨਤੀਜਾ ਭੁਗਤਣਾ ਪੈ ਰਿਹਾ ਆ ਜਾਂ ਅੱਗੇ ਜਾ ਕੇ ਹੋਰ ਨਤੀਜਾ ਕਿਤੇ ਭੁਗਤਣਾ ਪੈ ਸਕਦਾ ਆ। ਸੋ ਸਵਾਲ ਕੀ ਨੇ ਜਾਂ ਉਸ ਤੋਂ ਬਾਅਦ ਉਹ ਸ਼ੱਕ ਕੀ ਨੇ, ਇਹ ਵੀ ਜਾਣਾਂਗੇ। ਸੋ ਲਾਲੀ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਲਾਲੀ ਸਾਹਿਬ, ਗੱਲ ਕਰੀਏ ਤਾਂ ਤੁਸੀਂ ਤਕਰੀਬਨ ਮੇਰੇ ਖਿਆਲ 'ਚ 10 ਤੋਂ 12 ਦਿਨ ਨਾਲ ਰਹੇ ਹੋ। ਥੋੜ੍ਹਾ ਜਿਹਾ ਤੁਸੀਂ ਆਪਣੇ ਬਾਰੇ ਵਿਸਥਾਰ ਸਹਿਤ ਦੱਸ ਦਿਓ ਕਿ ਕਿਸ ਤਰੀਕੇ ਨਾਲ ਤੁਸੀਂ ਜੁੜੇ ਉੱਥੇ, ਕਿਵੇਂ ਕੀ ਦੇਖਿਆ, ਤੇ ਫਿਰ ਆਪਾਂ ਸਵਾਲ ਜਵਾਬ ਦਾ ਸਿਲਸਿਲਾ ਅੱਗੇ ਤੁਰਾਂਗੇ। ਦੇਖੋ ਸਰਕਾਰ ਜੀ, ਇੱਕ ਗੱਲ ਤਾਂ ਮੈਂ ਤੁਹਾਨੂੰ ਕਲੀਅਰ ਕਰ ਦੇਵਾਂ, ਕਿਉਂਕਿ ਚਲੋ ਆਪਾਂ ਹੁਣ ਤੁਸੀਂ ਪੁੱਛ ਰਹੇ ਹੋ, ਮੈਂ ਦੱਸ ਰਿਹਾ ਜੀ। ਵੈਸੇ ਕਿਸਾਨੀ ਅੰਦੋਲਨ ਦੇ ਵਿੱਚ ਉਸ ਦਾ ਸ਼ੰਭੂ ਮੋਰਚੇ ਦੇ ਸੰਚਾਲਕ ਦਾ ਜਿਹੜਾ ਨੈਗੇਟਿਵ ਰੋਲ ਰਿਹਾ, ਮੈਨੂੰ ਤਾਂ ਲੱਗਦਾ ਵੀ ਚਲੋ ਹੁਣ ਮਜਬੂਰੀਆਂ ਸਾਨੂੰ ਦੱਸਣਾ ਪੈਂਦਾ, ਹੁਣ ਉਹ ਡਿਸਕਸ ਦਾ ਪਾਤਰ ਵੀ ਨਹੀਂ ਰਿਹਾ। ਪਰ 25 ਸਤੰਬਰ ਨੂੰ ਅਸੀਂ ਜਾਂਦੇ ਹਾਂ, ਪੰਜਾਬ ਬੰਦ ਸੀ, ਸਾਰੇ ਪੰਜਾਬ ਦੇ ਵਿੱਚ ਕਾਲ ਸੀ, ਤੇ ਉਹਨਾਂ ਦੇ ਵਿੱਚ ਸਮੁੱਚੇ ਕਲਾਕਾਰਾਂ ਜਿਵੇਂ ਕਨਵਰ ਗਲਿਆਰ ਸੀਗਾ, ਜਸ ਬਾਜਵਾ ਸੀ, ਹੋਰ ਕਈ ਕਲਾ ਸੀਗੇ, ਤੇ ਮੈਨੂੰ ਕਾਲ ਕਰਦੇ ਨੇ ਪ੍ਰੋਫੈਸਰ ਮਨਜੀਤ ਸਿੰਘ, ਜਿਹੜੇ ਪੰਜਾਬ ਯੂਨੀਵਰਸਿਟੀ ਦੇ ਉੱਗੇ ਸਿਆਸੀ ਮਾਹਰ ਵੀ ਨੇ, ਤੇ ਉਹਨਾਂ ਦੇ ਨਾਲ ਪ੍ਰੋਫੈਸਰ ਅਜੇਪਾਲ ਬਰਾੜ ਜੀ, ਤੇ ਅਸੀਂ ਸਾਰੇ ਜਿਹੜੇ ਹੈਗੇ ਆ ਉਸ ਪੰਜਾਬ ਬੰਦ ਦੇ ਵਿੱਚ ਜਿਹੜਾ ਸ਼ੰਭੂ ਲੱਗਿਆ ਸੀਗਾ, ਅਜੇ ਸ਼ੰਭੂ ਮੋਰਚਾ ਨਹੀਂ ਸੀ ਲੱਗਿਆ 25 ਤਰੀਕ ਨੂੰ, ਉਹਦੇ ਵਿੱਚ ਅਸੀਂ ਜਾਂਦੇ ਹਾਂ। ਉੱਥੇ ਮੈਂ ਪਹਿਲੀ ਵਾਰ ਵੇਖਦਾ ਵੀ ਇਹ ਜਿਹੜਾ ਹੀਰੋ ਹੈਗਾ ਪੰਜਾਬੀ ਫਿਲਮਾਂ ਦਾ, ਇੱਕ ਦੀਪ ਸਿੱਧੂ, ਉਹ ਉਸ ਨੂੰ ਸਾਰਾ ਆਪਰੇਟ ਕਰ ਰਿਹਾ ਸੀ। ਉਹ ਤੋਂ ਬਾਅਦ ਉੱਥੇ ਇਹ ਵੀ ਗੱਲ ਚੱਲਦੀ ਆ ਵੀ ਇਹਨੂੰ ਨੈਕਸਟ ਜਿਹੜੀ ਹੈਗੀ ਆ ਚੈਨਲਾਈਜ਼ ਕਿੱਦਾਂ ਕੀਤਾ ਜਾਵੇ, ਵੀ ਤੁਸੀਂ ਅੱਜ ਪੰਜਾਬ ਬੰਦ ਕਰਕੇ ਚਲੇ ਗਏ ਤੇ ਲੋਕਾਂ ਨੂੰ ਕੋਈ ਰਾਹ ਤਾਂ ਦੇਣਾ ਹੋਇਆ ਨਾ। ਤੇ ਉਹ ਕਹਿੰਦੇ ਵੀ ਅਸੀਂ ਇਹਦੇ ਪਰ ਵਿਚਾਰ ਚਰਚਾ ਜਿਹੜੀ ਕਰਾਂਗੇ। ਉਸ ਤੋਂ ਬਾਅਦ ਫਿਰ ਮੈਨੂੰ ਜਿਹੜਾ ਹੈਗਾ, ਕਿਉਂਕਿ ਆਪਸ ਦੇ ਵਿੱਚ ਉਸ ਦਿਨ ਰਾਬਤਾ ਸਾਰਿਆਂ ਦਾ ਹੋ ਜਾਂਦਾ। ਉਹ ਤੋਂ ਬਾਅਦ 27 ਤਰੀਕ ਨੂੰ ਅਸੀਂ ਜਿਹੜਾ ਹੈਗਾ ਮੁੜ ਕੇ ਇੱਕ ਰਿਜ਼ੋਰਟ ਹੈਗਾ ਫਰੰਗੀ ਪਾਣੀ ਸ਼ੰਭੂ ਦੇ ਨੇੜੇ, ਉੱਥੇ ਇਕੱਠੇ ਹੁੰਦੇ ਹਾਂ। ਉੱਥੇ ਜਦੋਂ ਅਸੀਂ ਜਾਂਦੇ ਹਾਂ, ਮੈਂ ਸੀ, ਪ੍ਰੋਫੈਸਰ ਮਨਜੀਤ ਸਿੰਘ ਸੀਗਾ, ਜਿਹੜੀ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਕੌਂਸਲ ਦੀ ਪ੍ਰਧਾਨ ਰਹੀ ਆ ਕਨੂਪ੍ਰਿਆ ਸੀਗੀ, ਤੇ ਹੋਰ ਕਈ ਜਿਹੜੇ ਸੱਜਣ ਉੱਥੇ ਸੀਗੇ। ਉੱਥੇ ਗੱਲ ਤੁਰਦੀ ਆ ਵੀ ਨੈਕਸਟ ਅੱਗੇ ਕੀ ਕੀਤਾ ਜਾਵੇ। ਉਹਦੇ ਵਿੱਚ ਆਵਾਜ਼ ਆਉਂਦੀ ਆ ਵੀ ਮੋਹਾਲੀ ਮੋਰਚਾ ਲਾਇਆ ਜਾਵੇ ਕਿਸਾਨ ਦੇ ਹੱਕ ਦੇ ਵਿੱਚ। ਉੱਥੇ ਦੀਪ ਸਿੱਧੂ ਸੀ, ਉਹਨਾਂ ਦਾ ਇੱਕ ਮਿੱਤਰ ਜਾਂ ਸਬੋਰਡੀਨੇਟ ਕਹਿ ਲਓ, ਹਰਪ੍ਰੀਤ ਨਾਂ ਦਾ ਲੜਕਾ ਸੀਗਾ,
ਤੇ ਇੱਕ ਪੰਜਾਬੀ ਫਿਲਮਾਂ ਦਾ ਹੋਰ ਹੀਰੋ ਸੀ ਦਲਜੀਤ ਕਲਸੀ ਜੀ, ਤੇ ਬਾਕੀ ਜਿਹੜੇ ਹੋਰ ਸੱਜਣ ਸਾਡੇ ਵਾਲੇ ਸੀ। ਤੇ ਉਹ ਤੋਂ ਮੈਂ ਉੱਥੇ ਕਾਲ ਕਰਦਾ, ਸਰਦਾਰ ਜੋਗਾ ਸਿੰਘ ਚਪੜੋਣੀ ਨੇ ਮੇਰੇ ਬੜੇ ਪਰਮ ਮਿੱਤਰ ਨੇ, ਉਹ ਵੀ ਉੱਥੇ ਉਸ ਮੀਟਿੰਗ ਦੇ ਵਿੱਚ ਹਾਜ਼ਰ ਹੁੰਦੇ ਨੇ, ਕਿਉਂਕਿ ਉਹ 25 ਨੂੰ ਵੀ ਉੱਥੇ ਨੇੜੇ ਉਹਨਾਂ ਦਾ ਪਿੰਡ ਹੋਣ ਕਰਕੇ ਉਹ ਆ ਜਾਂਦੇ ਸੀਗੇ। ਇਸ ਤਰ੍ਹਾਂ ਇਹ ਘਟਨਾਕ੍ਰਮ ਚੱਲਦਾ। ਪਰ ਸ਼ੰਕੇ ਜਿਹੜੇ ਨੇ, ਮੈਂ ਕਿਉਂਕਿ ਮੈਨੂੰ ਨੇੜੇ ਸੀ ਇੱਥੋਂ 20-25 ਮਿੰਟ ਦੀ ਡਰਾਈਵ ਸੀਗੀ ਤੇ ਮੈਂ ਡੇਲੀ ਜਾਂਦਾ ਰਿਹਾ ਸਾਰੀਆਂ ਮੀਟਿੰਗਾਂ ਦੇ, ਸ਼ੰਕੇ ਮੈਨੂੰ ਜਿਹੜੇ ਹੈਗੇ ਨੇ ਨਾਲ ਦੀ ਨਾਲ ਖੜੇ ਹੋਣ ਲੱਗੇ ਸੀ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜ ਆ। ਕਿਉਂਕਿ ਇਹ ਚੀਜ਼ਾਂ ਜਿਹੜੀਆਂ, ਜਦੋਂ ਇੱਕ ਮੀਟਿੰਗ 25 ਤੋਂ ਬਾਅਦ ਕਿਸਾਨ ਭਵਨ 'ਚ ਹੁੰਦੀ ਆ, ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਸਾਰੇ ਜਿਹੜੇ ਕਲਾਕਾਰ ਉੱਥੇ ਇਕੱਠੇ ਹੁੰਦੇ ਨੇ, ਜਸ ਬਾਜਵਾਸੀ, ਉੱਥੇ ਇਹਨਾਂ ਦੇ ਆਪਸੀ ਡਿਫਰੈਂਸਿਸ ਜਿਹੜੇ ਮੇਰੇ ਸਾਹਮਣੇ, ਮੈਂ ਬੈਠਾ ਸੀ ਕਾਰਨਰ ਦੇ, ਉਹਦੇ ਵਿੱਚ ਨਿਖਰ ਕੇ ਸਾਹਮਣੇ ਆਉਂਦੇ ਨੇ। ਉਹਦੇ ਵਿੱਚ ਲੱਖਾ ਸਿਧਾਣਾ ਇਹਨਾਂ ਨੂੰ ਕਹਿੰਦਾ ਵੀ ਤੁਹਾਨੂੰ ਲੋਕ RS ਦਾ ਕਹਿੰਦੇ ਨੇ, ਤੇ ਮੇਰੇ ਪਰ ਗੈਂਗਸਟਰ ਦਾ ਜਿਹੜਾ ਠੱਪਾ ਵੀ ਲੱਗਿਆ ਹੋਇਆ। ਇਸ ਪ੍ਰਕਾਰ ਦੇ ਡਿਫਰੈਂਸਿਸ ਉੱਥੇ ਉੱਭਰਦੇ ਨੇ ਤੇ ਮੈਨੂੰ ਇਹ ਲੱਗਦਾ ਸੀ ਉਹਨਾਂ ਨੇ ਤਾਂ ਲਾਈਨ ਉਸੇ ਦਿਨ ਖਿੱਚ ਲਈ ਸੀ। ਰੁਪਿੰਦਰ ਹਾਂਡਾ ਸੀ, ਹੋਰ ਕਈ ਕਲਾਕਾਰ ਉੱਥੇ ਸੀਗੇ। ਉਸ ਦੇ ਵਿੱਚ ਅਸੀਂ ਫੇਰ ਵੀ ਕਿਉਂਕਿ ਜਦੋਂ ਤੁਸੀਂ ਗੱਲ ਤੋਰੀ ਹੋਵੇ ਉਹਨੂੰ ਕਿਤੇ ਨਾ ਕਿਤੇ ਸਿਰੇ ਚੜਾਉਣਾ ਹੁੰਦਾ। ਬਿਲਕੁਲ ਜੀ, ਬਿਲਕੁਲ। ਤੇ ਤੁਸੀਂ ਹਰ ਚੀਜ਼ ਨੂੰ ਕਈ ਵਾਰ ਆਪਾਂ ਨੂੰ ਇਹ ਵੀ ਲੱਗਦਾ ਪੋਲਿਟਿਕਸ ਦੇ ਵਿੱਚ ਵੀ ਰਿਊਮਰਸ ਵੀ ਹੋ ਸਕਦੇ ਨੇ, ਤੁਸੀਂ ਉਹਨੂੰ ਚੈੱਕ ਕਰਨਾ ਹੁੰਦਾ। ਅਸੀਂ ਫੇਰ ਵੀ ਬਾਰ-ਬਾਰ ਜਿਹੜੀ ਹੈਗੀ ਆਪਣੀ ਕਮਿਟਮੈਂਟ ਨੂੰ ਪਗਾਉਂਦੇ ਰਹੇ, ਮੈਂ ਪ੍ਰੋਫੈਸਰ ਮਨਜੀਤ ਸਿੰਘ। ਪਰ ਇਹ 4 ਤਰੀਕ ਵਾਲੀ ਸਾਰੀ ਪਲਾਨਿੰਗ ਜਿਹੜੀ ਹੋ ਜਾਂਦੀ ਹੈ ਸ਼ੰਭੂ ਮੋਰਚੇ ਦੀ, ਉਹਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਤੇ ਹੋਰ ਕਈ ਸੱਜਣ ਜਿਹੜੇ ਹੈਗੇ ਨੇ ਉਹ ਪਹਿਲਾਂ ਹੀ ਛੱਡ ਜਾਂਦੇ, ਪਹਿਲਾਂ ਹੀ ਕੁਇਟ ਕਰ ਜਾਂਦੇ ਨੇ। ਫਿਰ ਮੇਰੀ ਅਜੇਪਾਲ ਬਰਾੜ ਜੀ ਨਾਲ ਗੱਲ ਹੁੰਦੀ ਆ, ਉਹ ਕਹਿੰਦੇ ਵੀ ਯਾਰ ਆਪਾਂ ਹੁਣ ਕਮਿਟ ਕਰ ਲਿਆ। ਮੈਂ ਕੋਈ ਗੱਲ ਨਹੀਂ। ਤੇ ਉਹ 4 ਤਰੀਕ ਵਾਲਾ ਸ਼ੰਭੂ ਮੋਰਚਾ ਫਿਰ ਪਲਾਨ ਹੋ ਕੇ ਇਹੀ ਜ਼ਿਆਦਾ ਪ੍ਰੈਸ਼ਰਾਈਜ਼ ਕਰਦੇ ਨੇ, ਜਿਹੜਾ ਦੀਪ ਸਿੱਧੂ ਵਾਲਾ ਗਰੁੱਪ ਆ, ਵੀ ਆਪਾਂ ਜਿਹੜਾ ਮੋਰਚਾ ਹੈਗਾ ਉਹ ਸ਼ੰਭੂ ਲਾਉਣਾ ਤੇ ਆਪਾਂ ਮੋਹਾਲੀ ਨਾ ਲਾਈਏ। ਕੁਝ ਬੰਦੇ ਮੋਹਾਲੀ ਵਾਲੇ ਵੀ ਹੁੰਦੇ ਨੇ ਵੀ ਮੋਹਾਲੀ ਲਾ ਲਈਏ, ਜਿਹੜੇ ਬੰਦੇ ਇੰਟੈਲੈਕਚੁਅਲ ਸੀ ਜਾਂ ਬੁੱਧੀਜੀਵੀ ਸੀ, ਤੇ ਉਹ ਸਾਰਾ। ਪਰ ਉਹਦੇ ਵਿੱਚੋਂ ਜਿਹੜੀ ਇੱਕ ਵੱਡੀ ਟੀਮ ਕਲਾਕਾਰਾਂ ਦੀ ਤੇ ਜਿਹੜੇ ਇੰਟੈਲੈਕਚੁਅਲ ਨੇ ਉਹ 4 ਤਰੀਕ ਤੋਂ ਪਹਿਲਾਂ ਹੀ ਕੁਇਟ ਕਰ ਜਾਂਦੇ ਨੇ, ਤੇ ਉਸ ਤੋਂ ਬਾਅਦ ਜਿਹੜਾ 4 ਵਾਲਾ ਘਟਨਾਕ੍ਰਮ ਸਾਹਮਣੇ ਆਉਂਦਾ। ਸ਼ੰਭੂ ਮੋਰਚਾ ਲਾਉਣ ਦਾ ਖਾਸ ਕਾਰਨ ਇਹੀ ਸੀ ਨਾ ਵੀ ਬਾਰਡਰ ਹੋ ਜਾਂਦਾ ਪੰਜਾਬ ਹਰਿਆਣਾ ਦਾ। ਬਿਲਕੁਲ ਬਿਲਕੁਲ, ਚੰਗਾ ਇੰਪੈਕਟ ਕਿਉਂਕਿ ਦਿੱਲੀ ਰੋਡ ਆ। ਹਾਂ ਬਿਲਕੁਲ, ਅਪਰੋਚ ਜਿਹੜੀ ਹੈਗੀ ਆ ਥੋੜੀ ਜੰਮੂ ਕਸ਼ਮੀਰ ਤੋਂ ਲੈ ਕੇ ਟਿਲ ਆਪਣੇ ਕੰਨਿਆ ਕੁਮਾਰੀ ਤੱਕ ਜਾਂਦੀ ਸੀ, ਕਿਉਂਕਿ ਸਾਰੇ ਬੰਦਿਆਂ ਨੇ ਉੱਥੋਂ ਨਿਕਲਣਾ। ਬਿਲਕੁਲ ਬਿਲਕੁਲ ਬਿਲਕੁਲ। ਅੱਛਾ, ਸ਼ੰਭੂ ਮੋਰਚੇ ਦੀ ਗੱਲ ਹੁੰਦੀ ਹੈ, ਜੇ 4 ਨੂੰ ਮੋਰਚਾ, ਮਤਲਬ ਤੁਸੀਂ ਕਹਿੰਦੇ ਹੋ ਵੀ 4 ਤੋਂ ਪਹਿਲਾਂ ਕੁਇਟ ਹੋ ਜਾਂਦਾ, 4 ਤੋਂ ਬਾਅਦ ਸਾਰਾ ਜਿਹੜਾ ਪਲਾਨ, ਅਗਲਾ ਸਿਸਟਮ ਜਿਹੜਾ ਚੈਨਲ ਸ਼ੁਰੂ ਹੁੰਦਾ, ਉੱਥੇ ਇੱਕ ਮੋਰਚਾ ਹੋਰ ਲੱਗਿਆ। ਬਿਲਕੁਲ, ਪਿੱਠ ਨਾਲ ਪਿੱਠ ਸਾਂਝੀ ਹੁੰਦੀ ਹੈ, ਕੰਧ ਨਾਲ ਕੰਧ ਸਾਂਝੀ ਹੁੰਦੀ, ਗੱਲ ਵਾਲੀ ਗੱਲ ਸੀਗੀ। ਅੱਛਾ, ਉਸ ਮੋਰਚੇ ਦਾ ਤੇ ਇਸ ਮੋਰਚੇ ਦਾ ਕੋਈ ਫਰਕ ਸੀਗਾ? ਕਿਉਂਕਿ ਗੱਲਾਂ ਤਾਂ ਦੀਪ ਸਿੱਧੂ ਜਾਂ ਉਸ ਸਟੇਜ ਤੋਂ ਬਿਲਕੁਲ ਉਦਾਂ ਦੀਆਂ ਹੀ ਹੁੰਦੀਆਂ ਸੀ ਜਿੱਦਾਂ ਦੀਆਂ ਉਹ ਮੋਰਚੇ ਵਾਲੇ ਕਰਦੇ ਨੇ। ਨਹੀਂ, ਉਹਦੇ 'ਚ ਇੱਕ ਮੈਂ ਤੁਹਾਨੂੰ ਹੋਰ ਬੜੀ ਛੋਟੀਆਂ ਗੱਲਾਂ ਕਈ ਵਾਰ ਤੁਸੀਂ ਇਗਨੋਰ ਵੀ ਕਰਦੇ। ਜੀ ਜੀ ਬਿਲਕੁਲ। ਉੱਥੇ ਇੱਕ ਬੈਨਰ ਲੱਗੇ ਹੁੰਦੇ ਨੇ। ਬਿਲਕੁਲ, ਬੈਨਰ ਮੈਂ ਉਹਨਾਂ ਦੇ ਅਗੇਂਸਟ ਨਹੀਂ, ਮੈਂ ਡਾਕਟਰ ਅੰਬੇਦਕਰ ਦਾ ਬਹੁਤ ਵੱਡਾ ਫੋਲੋਅਰ ਹਾਂ, ਓਸ਼ੋ ਦੇ ਫੋਲੋਅਰ, ਅਸੀਂ ਪੜ੍ਹਦੇ ਉਹਨਾਂ ਨੂੰ। ਪਰ ਉੱਥੇ ਕਿਸੇ ਵੀ ਸਿੱਖ ਜਰਨੈਲ ਦੀ ਫੋਟੋ ਲਾਉਣ ਦਾ ਕਸ਼ਟ ਨਹੀਂ ਕੀਤਾ ਸੀ। ਤੇ ਉਹ ਪਤਾ ਨਹੀਂ ਅਸੀਂ ਕੀ ਇੱਕ ਜਿਹੜੀ ਹੈਗੀ ਆ ਨੈਸ਼ਨਲ ਪ੍ਰਭਾਵ, ਜਿਹੜਾ ਰਾਸ਼ਟਰਵਾਦੀ ਜਿਹੜਾ ਹੈਗਾ ਉਹ ਦੇਣਾ ਚਾਹੁੰਦੇ ਸੀ। ਤੇ ਇਹੀ ਜਿਹੜੇ ਕਾਰਨ ਸੀ। ਵੈਸੇ ਮਾਨ ਨਾਲ ਵੀ ਕੋਈ ਡਿਫਰੈਂਸ ਨਹੀਂ ਸੀ। ਅੱਜ ਅਸੀਂ ਭਿੰਡਰਾਂ ਵਾਲੇ ਦੀ ਗੱਲ ਵੀ ਕਰਦਾ ਦੀਪ ਸਿੱਧੂ, ਤੇ ਮਾਨ ਵੀ ਭਿੰਡਰਾਂ ਵਾਲੇ ਦੀ ਕਰਦਾ। ਤੇ ਪਰ ਉਹ ਜਿਹੜੀ ਬਿੱਲੀ ਥੈਲੇ 'ਚ ਉਦੋਂ ਬਾਹਰ ਆਉਂਦੀ, ਜਦੋਂ 6 ਜਾਂ 7 ਤਰੀਕ ਨੂੰ ਇੱਕ ਮੁੰਡਾ ਖਾਲਿਸਤਾਨ ਦਾ ਨਾਅਰਾ ਲਾਉਣ ਦਾ, ਤੇ ਉਹ ਪੁਲਿਸ ਵਾਲੇ ਨੂੰ ਫੜ ਕੇ ਲੈ ਜਾਂਦੇ ਨੇ, ਤੇ ਉਹ ਤੋਂ ਬਾਅਦ ਮਾਨ ਦਲ ਨੇ ਉਹਨੂੰ ਸਾਰਾ ਕੁਝ ਜਿਹੜਾ ਹੈਗਾ ਤੁਹਾਡੇ ਸਾਹਮਣੇ ਆ ਜਾਂਦਾ। ਬਿਲਕੁਲ, ਉਹ ਚੀਜ਼ਾਂ ਕਿਤੇ ਨਾ ਕਿਤੇ ਉਹੀ ਚੀਜ਼ਾਂ ਨੇ ਲਾਲੀ ਜੀ, ਸਵਾਲ ਖੜੇ ਕਰਦੀਆਂ ਨੇ, ਸਵਾਲ ਇਸ ਤਰੀਕੇ ਨਾਲ ਖੜੇ ਕਰਦੀਆਂ ਨੇ। ਬੇਸ਼ੱਕ ਅੱਜ ਉਹ ਅਧਿਆਏ ਕਿਤੇ ਨਾ ਕਿਤੇ, ਮੈਂ ਪਹਿਲਾਂ ਵੀ ਗੱਲ ਕਰ ਗਿਆ ਕਿ ਕਾਲੀ ਚ ਪੜਿਆ ਗਿਆ ਤੇ ਕੁਛ ਚੀਜ਼ਾਂ ਉਹ 'ਚ ਰਹਿ ਗਈਆਂ, ਜਿਵੇਂ ਤੁਸੀਂ ਕਿਹਾ ਕਿ ਕੁਛ ਚੀਜ਼ਾਂ ਆਪਾਂ ਇਗਨੋਰ ਕਰ ਦਿੰਦੇ ਹਾਂ। ਪਰ ਕੱਲ ਨੂੰ ਕਿਤੇ ਜਾ ਕੇ ਜਿਹੜੇ ਸਵਾਲ ਅੱਜ ਖੜੇ ਹੋ ਰਹੇ, ਜਿਨ੍ਹਾਂ ਦੇ ਜਵਾਬ ਅੱਜ ਨਹੀਂ ਮਿਲਦੇ, ਤੇ ਕਿਤੇ ਇਹ ਨਾ ਹੋਵੇ ਕੱਲ ਨੂੰ ਜਵਾਬ ਵੀ ਹੋਣ ਪਰ ਉਹਨਾਂ ਦਾ ਹੱਲ ਉਸ ਤੋਂ ਬਾਅਦ ਕੋਈ ਨਾ ਹੋ ਸਕੇ। ਇਸ ਕਰਕੇ ਚਰਚਾ ਜ਼ਰੂਰ ਬਣਦੀ ਹੈ ਕਿ ਕੀ ਗਲਤੀਆਂ ਸੀ, ਸਿੱਖਿਆ ਜਾਵੇ, ਕੌਣ ਉੱਥੋਂ ਮਾੜਾ ਸੀ। ਦੀਪ ਸਿੱਧੂ ਨਾਲ ਰਿਲੇਸ਼ਨ ਕਿੱਦਾਂ ਦਾ ਰਿਹਾ ਤੁਹਾਡਾ, ਜੇਕਰ ਗੱਲਬਾਤ ਹੁੰਦੀ ਸੀ? ਕਿਉਂਕਿ ਅੱਜ ਜਦ ਦੀਪ ਸਿੱਧੂ ਨੂੰ ਉਦੋਂ ਵੀ ਏਜੰਟ ਕਿਹਾ ਗਿਆ, ਉਦੋਂ ਵੀ ਦੋਸ਼ ਦੀਪ ਸਿੱਧੂ ਦੇ ਲਾਏ ਗਏ ਸੀ। 26 ਤੋਂ ਬਾਅਦ ਜਥੇਬੰਦੀਆਂ ਨੇ ਖੁੱਲ੍ਹ ਕੇ ਗੱਲ ਕਹੀ ਸੀ ਕਿ ਦੀਪ ਸਿੱਧੂ ਪਲਾਂਟਡ ਸੀ 26 ਜਨਵਰੀ ਤੋਂ ਬਾਅਦ। ਸੋ ਦੀਪ ਸਿੱਧੂ ਤੁਹਾਨੂੰ ਕੀ ਲੱਗਦਾ, ਤੁਹਾਡੇ ਰਿਸ਼ਤੇ ਕਿੱਦਾਂ ਦੇ ਸੀ? ਵਾਕਈ ਪਲਾਂਟਡ ਲੱਗਦਾ ਸੀ ਜਾਂ ਉਹ ਕਿਸੇ ਹੋਰ ਦੇ ਇਸ਼ਾਰੇ ਤੇ ਚੱਲਦਾ ਸੀ? ਮੈਨੂੰ ਇੱਕ ਗੱਲ ਜਿਹੜੀ ਮੈਂ ਬਾਰ-ਬਾਰ ਮੈਨੂੰ ਪਿੰਚ ਕਰ ਰਹੀ ਸੀ, ਜਾਂ ਮੈਨੂੰ ਕਿਤੇ ਨਾ ਕਿਤੇ ਚੁੰਮ ਹੀ ਲੱਗ ਰਹੀ ਸੀ, ਜਦੋਂ ਵੀ ਕਿਤੇ ਸਰਕਲ ਦੇ ਵਿੱਚ ਮੀਟਿੰਗ ਹੁੰਦੀ ਸੀ ਉਹ ਉੱਠ ਕੇ ਚਲੇ ਜਾਂਦਾ ਸੀ। ਇਹ ਜਦੋਂ ਤੁਸੀਂ ਇੱਕ ਕਮਿਟਮੈਂਟ ਵਿੱਚ ਵੱਜੇ ਕਿਸੇ ਮੂਵਮੈਂਟ ਲਈ ਕੰਮ ਕਰਦੇ ਹੋ, ਉਹਦੇ ਵਿੱਚ ਜਦੋਂ ਤੁਸੀਂ ਲੀਡ ਰੋਲ ਅਦਾ ਕਰਦੇ ਹੋ, ਜਦੋਂ ਤੁਹਾਡੀ ਕੋਰ ਕਮੇਟੀ ਬਣ ਗਈ, ਇੱਕ WhatsApp ਗਰੁੱਪ ਬਣਿਆ ਸੀ ਕੋਰ ਕਮੇਟੀ ਦਾ, ਉਹਦੇ ਵਿੱਚ ਤੁਸੀਂ ਆ ਜਾਂਦੇ ਹੋ, ਤਾਂ ਤੁਹਾਨੂੰ ਇੱਕ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਚਿਰ ਜਦੋਂ ਤੱਕ ਮੀਟਿੰਗ ਜਿਹੜੀ ਹੈਗੀ ਆ ਪੂਰੀ ਨਹੀਂ ਹੁੰਦੀ, ਤੁਸੀਂ ਨਹੀਂ ਉੱਠਣਾ ਚਾਹੀਦਾ। ਖਾਸ ਕਰਕੇ ਜਿਹੜਾ ਲੀਡਿੰਗ ਪਰਸਨ ਆ, ਕਿਉਂਕਿ ਉਹਨੇ ਸਾਰਿਆਂ ਦੇ ਵਿਊਜ਼ ਲੈਣੇ ਹੁੰਦੇ ਨੇ, ਸਾਰਿਆਂ ਨੂੰ ਕੁਝ ਦੱਸਣਾ ਹੁੰਦਾ। ਤੇ ਪਰ ਉਹ ਬਾਰ-ਬਾਰ ਜਿਹੜਾ ਹੈਗਾ ਜਦੋਂ ਕਿਤੇ ਬਹਿੰਦਾ ਸੀ ਤੇ ਉੱਠ ਕੇ ਬਾਹਰ, ਜਦੋਂ ਕਹਿੰਦਾ ਬਾਕੀ ਬੰਦੇ ਫਿਰ ਕੀ ਗੱਲ ਕਰਨ, ਜਦੋਂ ਲੀਡ ਤਾਂ ਉਹ ਕਰ ਰਿਹਾ ਸੀਗਾ। ਤੇ ਇਹ ਕਈ ਚੀਜ਼ਾਂ ਸੀਗੀਆਂ। ਉਹ ਤੋਂ ਬਾਅਦ ਜਿਵੇਂ ਇੱਕ ਜਦੋਂ ਬੈਰੀਕੇਡ ਟੁੱਟੇ ਨੇ, ਇਹ ਇਨਸੀਡੈਂਟ, ਅਸੀਂ ਉਹ ਬੈਰੀਕੇਡਿੰਗ ਜਦੋਂ ਟੁੱਟੀ ਅਸੀਂ ਉੱਥੇ ਸੀ ਸ਼ੰਭੂ, ਇਹਦੇ ਮੋਰਚੇ 'ਚ ਨਹੀਂ ਸੀ। ਅਸੀਂ ਕਿਸਾਨਾਂ ਦੇ ਨਾਲ ਉਦੋਂ ਗਏ, ਅਸੀਂ ਕਿਸਾਨਾਂ ਨਾਲ ਕਿਉਂਕਿ 4-5-6 ਤਰੀਕ ਤੋਂ ਬਾਅਦ ਚਲੇ ਗਏ ਹਾਂ। ਤੇ ਉਹ ਤੁਸੀਂ ਵੇਖੋ, ਇੰਗਲਿਸ਼ ਦੇ ਇੱਕ ਪੇਪਰ ਨੇ
ਜ਼ਿੰਮੇਵਾਰ ਪੇਪਰ ਨੇ, ਮੈਂ ਨਾਂ ਨਹੀਂ ਲੈਣਾ, ਉਹਨਾਂ ਨੇ ਖਬਰ ਲਾਈ ਵੀ ਜਿਹੜੇ ਬੈਰੀਕੇਡ ਸੀ ਉਹ ਦੀਪ ਸਿੱਧੂ ਨੇ ਤੋੜੇ। ਦੀਪ ਸਿੱਧੂ ਉਦੋਂ ਆਉਂਦਾ ਸਿਰਫ ਆਪਣੀ ਜਿਹੜੀ ਹੈਗੀ ਆ ਲੀਡਰੀ ਚਮਕਾਉਣ ਲਈ, ਜਦੋਂ ਬੈਰੀਕੇਡ ਟੁੱਟ ਕੇ ਕਿਸਾਨਾਂ ਦੀਆਂ ਟਰਾਲੀਆਂ ਅੱਗੇ ਨਿਕਲ ਜਾਂਦੀਆਂ ਤੇ ਪੁਲਿਸ ਜਿਹੜੀ ਹੈਗੀ ਆ ਰਾਹ ਦੇਂਦੀ ਆ। ਇਹ ਹੁਣ ਜਦੋਂ ਹਿਸਟਰੀ ਪੜ੍ਹੀ ਜਾਏਗੀ, ਉਹ ਇੰਗਲਿਸ਼ ਦਾ ਪੇਪਰ ਜਿਹੜਾ ਹੈਗਾ ਇੱਕ ਬਹੁਤ ਵੱਡਾ ਜਿਹੜਾ ਹੈਗਾ ਪ੍ਰੂਫ ਬਣ ਜਾਏਗਾ ਵੀ ਦੀਪ ਸਿੱਧੂ ਹੁੰਦਾ ਸੀ ਕੋਈ ਅੱਜ ਤੋਂ 50 ਸਾਲ ਨੂੰ, ਵੀ ਉਹਨੇ ਤੋੜੇ ਸੀ ਬੈਰੀਕੇਡ, ਉਹ ਬਹੁਤ ਬੜਾ ਯੋਧਾ ਸੀ। ਪਰ ਹਿਸਟਰੀ ਜਿਹੜੇ ਬੰਦੇ ਅੱਜ ਮੌਜੂਦ ਨੇ, ਅੱਜ ਆਪਾਂ ਹੁਣ ਦੀ ਗੱਲ ਕਰ ਰਹੇ ਹਾਂ, ਤਾਜ਼ੀ ਗੱਲ ਆ, ਤੇ ਉਹਨਾਂ ਨੂੰ ਪਤਾ ਨਾ ਕਿਹਨਾਂ ਨੇ ਬੈਰੀਕੇਡਸ ਤੋੜੇ ਨੇ ਤੇ ਕੌਣ ਬੰਦੇ ਸੀ, ਤਾਂ ਨੇੜੇ ਵੀ ਨਹੀਂ ਸੀ। ਇਹ ਤਾਂ ਪੂਰੀ ਰੈਸਟੋਕੇਸੀ ਦੇ ਨਾਲ ਵਧੀਆ ਕੱਪੜਿਆਂ ਦੇ ਵਿੱਚ ਆਇਆ ਤੇ ਫਿਰ ਇੱਕ ਟਰਾਲੀ ਦੇ ਪਿੱਛੇ ਧੱਕਾ ਲਾਉਂਦਾ ਹੋਇਆ ਵੀ ਅਸੀਂ ਬੈਰੀਕੇਡ ਤੋੜਤੇ, ਬੈਰੀਕੇਡ ਤੋੜਤੇ, ਤੇ ਸਭ ਤੋਂ ਪਹਿਲਾਂ ਦਿੱਲੀ ਪਹੁੰਚ ਗਿਆ, ਬਾਕੀ ਨੂੰ ਇਹਨੂੰ ਨਹੀਂ ਰੋਕਿਆ। ਇਸ ਕਰਕੇ ਮੈਂ ਨਿੱਜੀ ਤੌਰ ਤੇ ਕਦੇ ਵੀ ਉਹਦਾ ਵਿਰੋਧੀ ਨਹੀਂ ਰਿਹਾ ਜੀ, ਪਰ ਮੈਂ ਸਿਧਾਂਤਕ ਤੌਰ ਤੇ ਜਿਹੜੀ ਆਈਡੀਓਲੋਜੀ ਦੀ ਗੱਲ ਕਰਦਾ। ਫਿਰ ਉਹਦੇ ਇੱਕ ਸਾਥੀ ਹੋਰ ਬਹੁਤ ਵੱਡਾ ਨੈਰੇਟਿਵ ਸਿਰਜਦੇ ਨੇ ਵੀ ਬਾਈ ਜੀ ਉਹਨੇ ਆਪਣੀ ਲਗਜ਼ਰੀ ਲਾਈਫ ਛੱਡ ਦਿੱਤੀ, ਉਹਦੇ ਕੋਲ ਜੀ 65 ਲੱਖ ਦੀ ਕਾਰ ਸੀ, ਉਹਦੇ ਕੋਲ ਬੰਗਲਾ ਸੀ, ਉਹਦਾ ਸ਼ਾਹੀ ਜ਼ਿੰਦਗੀ ਜਿਉਂਦਾ ਸੀ। ਬਿਲਕੁਲ ਬਿਲਕੁਲ ਇਹ ਸਿੱਖੀ ਦਾ ਕੰਸੈਪਟ ਆ। ਬਾਬਾ ਬਘੇਲ ਸਿੰਘ ਨੇ ਦਿੱਲੀ ਆਪਣੀ ਜੁੱਤੀ ਦੀ ਨੋਕ ਤੇ ਰੱਖੀ ਆ। ਅਸੀਂ ਅੱਜ ਸਾਰੇ ਕਿਸਾਨ ਗੱਲਾਂ ਕਰਦੇ ਨੇ, ਉਹਨੇ 2 ਵਾਰੀ ਛੱਡੀ ਜੀ ਜੀ ਜਿੱਤ ਕੇ ਵੀ ਸਾਨੂੰ ਦਿੱਲੀ ਦੀ ਲੋੜ ਨਹੀਂ, ਸਾਨੂੰ ਗੁਰੂ ਸਥਾਨ ਪਿਆਰੇ ਨੇ, ਅਸੀਂ ਗੁਰੂ ਅਸਥਾਨਾਂ ਦੀ ਜਿਹੜੀ ਤਮੀਰ ਕਰਾਉਣੀ ਆ। ਇਹ ਸਿੱਖੀ ਆ। ਤੇ ਜੇ ਤੁਸੀਂ ਬਾਰ-ਬਾਰ, ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ IPS ਦੀ ਨੌਕਰੀ ਛੱਡ ਕੇ ਆਏ, ਜੇਲ੍ਹ ਕੱਟੀ ਆ। ਇਹ ਤਾਂ ਹੁਣੇ ਚੀਕਾਂ ਮਾਰਨ ਲੱਗੇ ਜਦੋਂ ਦਿੱਲੀ ਦੀ ਅਦਾਲਤ 'ਚ ਪੇਸ਼ ਹੋਏ, ਕਹਿੰਦਾ ਜੀ ਤਾਂ ਪੁਲਿਸ ਦੀ ਮਦਦ ਕਰਨ ਗਏ ਸੀ। ਜੇ ਇਹ ਝੰਡਾ ਚੜਾਤਾ, ਮੈਂ ਬਿਲਕੁਲ ਇਸ ਗੱਲ ਦੇ ਖਿਲਾਫ ਨਹੀਂ। ਝੰਡਾ ਚੜ ਗਿਆ ਕੋਈ ਗੱਲ ਨਹੀਂ, ਝੰਡੇ ਚੜ੍ਹਦੇ ਹੀ ਹੁੰਦੇ ਨੇ, ਪਰ ਤੁਸੀਂ ਉਸ ਗੱਲ ਦੇ ਉੱਤੇ ਤੁਹਾਨੂੰ ਖੜਨਾ ਚਾਹੀਦਾ ਵੀ ਝੰਡਾ ਚਲਾਤਾ, ਜਿਹੜਾ ਹੁਣ ਸਾਡੇ ਪ੍ਰਾਪਤ ਆਊਗੀ ਜਾਂ ਜਿਹੜੀ ਕੋਈ ਗੱਲ ਕਰਨੀ ਚਾਹੁੰਦੇ ਆ ਉਹ ਕਰੋ। ਤੇ ਅਦਾਲਤ ਦੇ ਵਿੱਚ ਇਹ ਨਹੀਂ ਕਹਿੰਦੇ ਵੀ ਅਸੀਂ ਤਾਂ ਹੁਣ ਪੁਲਿਸ ਦੀ ਮਦਦ ਕਰਨਾ ਸੀ। ਇਹਦੇ ਨਾਲ ਤਾਂ ਮੈਂ ਸਮਝਦਾ ਜਿਹਨੂੰ ਇਹ ਕਾਮਰੇਡ ਕਹਿੰਦੇ ਨੇ ਸਰਦਾਰ ਜੋਗਿੰਦਰ ਸਿੰਘ ਹੋਣੀ, ਉਹ ਹੁਣ ਪਿੱਛੇ ਇੱਕ ਦਿਨ ਮੈਂ ਸੁਣ ਰਿਹਾ ਸੀ, ਕਹਿੰਦਾ ਬਾਈ ਜੀ ਅਸੀਂ ਚੱਲੇ ਹਾਂ ਦਿੱਲੀ, ਬਿਲਕੁਲ, ਤੇ ਜਿਹੜਾ ਸਾਡੇ ਪਰ ਫੋਰਸ ਲਾਉਣੀ ਆ ਪਾਕਿਸਤਾਨ ਦੀ ਵੀ ਬੁਲਾ ਲਵੇ, ਅਫਗਾਨਿਸਤਾਨ ਦੀ ਬੁਲਾ ਲਵੇ, ਤੇ ਸਾਨੂੰ ਰੋਕ ਕੇ ਦਿਖਾਵੇ ਮੋਦੀ। ਇਹ ਲੀਡਰਸ਼ਿਪ ਕੁਆਲਿਟੀ ਹੁੰਦੀ ਆ। ਤੇ ਬਾਰ-ਬਾਰ ਇੱਥੋਂ ਇਹ ਓਵਰਆਲ ਜਿਹੜਾ ਆਪਾਂ ਇਹਨਾਂ ਕਨਕਲੂਜਨ ਕਰੀਏ, ਇਹਦੇ ਵਿੱਚ ਇਹ ਆ ਵੀ ਇਹ ਸਾਰਾ ਕਿਸਾਨ ਅੰਦੋਲਨ ਨੂੰ ਸਾਬੋਤਾਜ ਕਰਨ ਵਾਲੀਆਂ ਕਹਾਣੀਆਂ ਸੀ, ਉਹ ਖੇਡ ਖੇਡੀ ਜਾ ਰਹੀ ਸੀ। ਅੱਛਾ, ਨਹੀਂ ਸਾਬੋਤਾਜ ਕਰਨ ਦੀ ਗੱਲ ਕਰ ਰਹੇ ਆ, ਤਾਰ-ਪੀੜੋ ਕਰਨ ਦੀ ਗੱਲ ਕਰਦੇ ਆ। ਸਵਾਲ ਜਿਹੜਾ ਸ਼ਬਦ ਤਾਰ-ਪੀੜੋ ਵਾਲਾ ਸ਼ਬਦ ਹੈ ਨਾ, ਇਹ 6-7 ਮਹੀਨਿਆਂ ਦੌਰਾਨ ਬਹੁਤ ਚੱਲਿਆ। ਬਿਲਕੁਲ, ਕਿ ਸਰਕਾਰ ਨੇ ਜੀ ਆਪਣੇ ਬੰਦੇ ਵਾੜਦੇ ਨੇ, ਸਰਕਾਰ ਨੇ ਆਪਣੇ ਬੰਦੇ ਵਾੜ ਕੇ ਤਾਰ-ਪੀੜੋ ਕਰਦੇ ਨੇ। ਸ਼ਬਦ ਬਹੁਤ ਜ਼ਿਆਦਾ ਹਾਵੀ ਰਿਹਾ ਕਿਸਾਨ ਅੰਦੋਲਨ ਤੇ। ਸ਼ੰਭੂ ਮੋਰਚੇ ਦੇ ਸਵਾਲ ਬਹੁਤ ਉੱਠਦੇ ਸੀ। ਪਰ ਜਦੋਂ ਅਸੀਂ ਹੁਣ ਗੱਲ ਕਰਦੇ ਹਾਂ, ਤੁਸੀਂ ਕਿਹਾ ਵੀ ਮੈਂ ਮੀਟਿੰਗਾਂ ਦੇ ਵਿੱਚ ਜਾਂਦਾ ਸੀ, ਦੀਪ ਸਿੱਧੂ ਉੱਠ ਕੇ ਚਲਾ ਜਾਂਦਾ ਸੀ, ਜਦੋਂ ਉੱਠ ਕੇ ਵਾਪਸ ਚਲਾ ਜਾਣਾ, ਵਾਪਸ ਆਉਣਾ, ਕੋਈ ਵੱਖਰੀ ਗੱਲ ਹੁੰਦੀ ਸੀ, ਕੋਈ ਗੱਲ ਬਦਲ ਜਾਂਦੀ ਸੀ, ਕੋਈ ਇਦਾਂ ਦੀ ਗੱਲ ਹੁੰਦੀ ਸੀ ਵੀ ਪਤਾ ਲੱਗ ਜਾਂਦਾ ਜੀ ਬਾਈ ਕਿਤੋਂ ਫੋਨ ਤੇ ਗੱਲ ਕਰਕੇ ਆਏ ਜਾਂ ਕਿਤੋਂ ਕੋਈ ਹੋਰ ਇੰਸਟਰਕਸ਼ਨ ਮਿਲੀ ਹੋਵੇ? ਨਹੀਂ, ਹੁਣ ਤੁਸੀਂ ਵੇਖੋ, ਇੱਕ ਦਿਨ ਅਸੀਂ ਮੀਟਿੰਗ ਦੇ ਵਿੱਚੋਂ ਨਿਕਲੇ, ਅਸੀਂ ਰਾਜਪੁਰੇ ਆਉਂਦੇ ਆ, ਅਸੀਂ ਕਿਹਾ ਵੀ ਚਲੋ ਯਾਰ ਕੌਫੀ ਪੀ ਲਈਏ, ਮਿੱਤਰ ਸੀ ਇਕੱਠੇ, ਉੱਥੋਂ ਸਾਰਿਆਂ ਨੇ ਆਪਣੇ ਆਪਣੇ ਘਰਾਂ ਨੂੰ ਜਾਣਾ ਸੀਗਾ, ਕੁਛ ਨੇ ਪਟਿਆਲੇ ਜਾਣਾ ਸੀ, ਕੋਈ ਚੰਡੀਗੜ੍ਹ, ਤੇ ਅਸੀਂ ਇਹਦਾ ਲਾਈਵ ਵੇਖਦੇ ਹਾਂ। ਕਹਿੰਦਾ ਜੀ ਮੈਨੂੰ RSS ਦੇ ਬੰਦੇ ਦਾ ਫੋਨ ਆ ਗਿਆ। ਮੈਂ ਕਿਹਾ ਐਡੀ ਕੀ ਕਾਹਲੀ ਮੱਚ ਗਈ, ਅਸੀਂ ਹੱਸਦੇ ਸੀ ਆਪਸ ਦੇ ਵਿੱਚ। ਮੈਂ ਕਿਹਾ ਵੀ RSS ਦੇ ਕਿਸੇ ਵੀ ਪਰਸਨ ਨੇ ਜਾਂ ਕਿਸੇ ਆਗੂ ਨੇ ਇਹਨੂੰ ਫੋਨ ਕਰਨਾ ਸੀਗਾ, ਜਾਂ ਤਾਂ ਹੁਣ ਜੇ ਤੁਸੀਂ ਨੋਨ ਹੋਵੋਗੇ, ਜੇ ਮਿੱਤਰ ਪਿਆਰੇ ਹੋਵੋਗੇ ਕਿਸੇ ਦੇ, ਤਾਂ ਫੋਨ ਕਰੂਗਾ ਤੁਹਾਨੂੰ। ਅਦਰਵਾਈਜ਼ ਜਿਹੜਾ ਪੋਲੀਟੀਕਲ ਰਾਈਵਲ ਤੁਹਾਡਾ ਹੈਗਾ, ਉਹ ਇੰਨੀ ਛੇਤੀ ਤੁਹਾਨੂੰ ਨਹੀਂ ਫੋਨ ਕਰਦਾ ਜਦੋਂ ਤੱਕ ਸਥਿਤੀ ਜਿਹੜੀ ਹੈਗੀ ਆ ਸਿਰ ਤੋਂ ਨਾ ਟੱਪ ਜਾਵੇ। ਇਹ ਤਾਂ ਹਜੇ ਮੋਰਚਾ ਲੱਗਿਆ ਵੀ ਨਹੀਂ, 4 ਵਾਲਾ ਅਸੀਂ ਸ਼ੁਰੂਆਤ ਵੀ ਨਹੀਂ ਕੀਤੀ ਤੇ ਤੁਹਾਨੂੰ ਫੋਨ ਪਹਿਲਾਂ ਹੀ ਆਉਣ ਲੱਗੇ। ਵਿਚਾਰੀ ਸੀ ਗੱਲਬਾਤ ਚੁੱਕਦੇ, ਉਦੋਂ ਬਾਅਦ ਮੀਟਿੰਗ ਹੋਈ, ਕਦੇ ਵਿਚਾਰੀ ਸੀ, ਪਤਾ ਲੱਗਿਆ ਵੀ ਕਿਹਦਾ ਵੱਲੋਂ ਫੋਨ ਆਇਆ? ਨਹੀਂ, ਅੱਜ ਤੱਕ ਨਾ ਤਾਂ ਉਹਨੇ ਸਾਨੂੰ ਕੋਈ ਕਲੀਅਰ ਕੀਤਾ ਵੀ ਕਿਹਦਾ ਫੋਨ ਆਇਆ, ਨਾ ਉਹਨੇ ਦੱਸਿਆ। ਬਸ ਉਹ ਇਹੀ ਲਾਈਵ ਤੇ ਹੀ ਦੱਸਦਾ ਸੀਗਾ, ਜਿਹੜੀਆਂ ਗੱਲਾਂ ਦੱਸਦਾ ਸੀ। ਤੇ ਉਹ ਮੈਨੂੰ ਤਾਂ ਲੱਗਦਾ ਨਹੀਂ, ਬਹੁਤ ਗੱਲਾਂ ਜਿਹੜੀਆਂ ਸੀ ਉਹ ਇਸੇ ਕਰਕੇ ਉੱਠ ਕੇ ਚਲੇ ਜਾਂਦਾ ਸੀ ਮੀਟਿੰਗਾਂ ਦੇ ਵਿੱਚੋਂ ਵੀ ਮੈਨੂੰ ਕੋਈ ਕੁਐਸਚਨ ਨਾ ਹੋਵੇ, ਮੈਨੂੰ ਕੋਈ ਕੁਐਸਚਨ ਨਾ ਹੋਵੇ, ਇਸ ਕਰਕੇ ਉੱਠ ਚੱਲਦਾ। ਬਿਲਕੁਲ ਬਿਲਕੁਲ। ਅੱਛਾ, ਰਾਜਨੀਤੀ ਨੂੰ ਲੈ ਕੇ ਕੁਐਸਚਨ ਹੁੰਦੇ ਸੀਗੇ? ਬਿਲਕੁਲ। ਮੈਂ ਆਪਾਂ ਇਸ ਗੱਲ ਤੇ ਝੂਠ ਕਿਉਂ ਬੋਲਣਾ? ਅਸੀਂ ਇਹ ਵੀ ਕਿਹਾ ਵੀ ਪੋਲੀਟੀਕਲ ਪਾਰਟੀ ਵੀ ਨਿਕਲ ਜਾਂਦਾ, ਅਸੀਂ ਵੀ ਕਹਿੰਦੇ ਰਹੇ ਆਪਾਂ ਝੂਠ ਕਿਉਂ ਬੋਲੀਏ। ਤੁਹਾਡੇ ਤੇ ਸਵਾਲ ਬਹੁਤ ਉੱਠਣਗੇ ਹੁਣ। ਬਿਲਕੁਲ ਬਿਲਕੁਲ ਉੱਠਦੇ ਆ ਰਹੇ ਨੇ ਤੁਹਾਡੇ ਤੇ ਸਵਾਲ, ਕਮੈਂਟਾਂ ਵਿੱਚ ਬਹੁਤ ਉੱਠਣਗੇ ਕਿ ਜੀ ਸਿਆਸੀ ਲਾਹਾ ਲੈ ਰਹੇ। ਮੈਂ ਇਹ ਕਹਿਣਾ ਵੀ ਜਦੋਂ ਅਸੀਂ ਕਹਿ ਰਹੇ ਸੀ ਵੀ ਜੇ ਸਿਆਸਤ ਕਰਨੀ ਹੈ ਬਾਈ ਜੀ ਤਾਂ ਵੀ ਦੱਸ ਦਿਓ, ਕੋਈ ਪ੍ਰੋਬਲਮ ਨਹੀਂ। ਸਿਆਸੀ ਪਾਰਟੀ ਮੂਵਮੈਂਟਸ ਦੇ ਵਿੱਚੋਂ ਨਿਕਲਦੀ ਹੁੰਦੀ ਹੈ, ਪਰ ਆਪਾਂ ਨੂੰ ਜਿਹੜੇ ਫੰਡਾਂ ਨੇ ਜੇ ਸਾਰੇ ਉਹ ਕਲੀਅਰ ਕਰਨੇ ਪੈਣਗੇ। ਆਪਾਂ ਨੂੰ ਆਈਡੀਓਲੋਜੀ ਕਲੀਅਰ ਕਰਨੀ ਪਏਗੀ, ਅਸੀਂ ਕਰਨਾ ਕੀ ਚਾਹੁੰਦੇ ਹਾਂ। ਤੇ ਮੈਂ ਫੇਰ ਹੁਣ ਤੱਕ ਮੈਂ ਤਾਂ ਇਹ ਕੁਐਸਚਨ ਕਰਦਾ ਵੀ ਸਾਡੇ 'ਚ ਸਿੱਖੀ, ਅਸੀਂ ਜਦੋਂ ਸਿੱਖੀ ਦੇ ਸਵਾਲ ਹੁੰਦਾ ਵੀ ਸਾਡੇ ਤਾਂ ਅੰਦਰ ਸਿੱਖੀ ਆ ਜੀ, ਅੰਦਰ ਕਿਹਨੇ ਵੇਖੀ ਆ? ਮੈਂ ਕਿਹੜਾ ਬ੍ਰਹਮ ਗਿਆਨੀ ਆ? ਤੇ ਬਾਹਰੋਂ ਚਿਹਰਾ ਮੋਹਰਾ ਵੀ ਨਹੀਂ ਬਣਾਇਆ ਸੀ ਅਜੇ ਤਾਂ ਗੱਲਾਂ ਪਿੰਡਰਾਂ ਵਾਲੇ ਦੀਆਂ ਕਰਨੀਆਂ, ਤੇ ਪਿੰਡਰਾਂ ਵਾਲੇ ਤਾਂ ਅਸੀਂ ਪੈਰ ਵਰਗੇ ਵੀ ਨਹੀਂ। ਉਹਨੇ ਜੋ ਕਮਿਟ ਕੀਤਾ ਉਹਦਾ ਪੱਖ ਜਿਹੜਾ ਹੈਗਾ ਹਿਸਟਰੀ ਦੱਸੇਗੀ ਵੀ ਕੀ ਚੰਗਾ ਸੀ ਕੀ ਮਾੜਾ ਸੀ, ਪਰ ਜੋ ਉਹਨੇ ਕਮਿਟ ਕੀਤਾ ਉਹ ਨਿਭਾ ਕੇ ਦਿਖਾਇਆ। ਤੇ ਇਹ ਗੱਲਾਂ ਹੋਰ ਨੇ, ਕਦੇ ਅਕਾਲੀ ਦਲ ਨਾਲ ਸਾਂਝ, ਕਦੇ ਮਨਜਿੰਦਰ ਸਿੰਘ ਸਿਰਸਾ ਦੀ ਗੱਡੀ ਦੇ ਵਿੱਚ ਅਦਾਲਤ ਦੇ ਵਿੱਚ ਕੁਝ ਹੋਰ ਕਹਿ ਦੇਣਾ, ਉਹ ਤੋਂ ਬਾਅਦ ਕਹਿੰਦਾ ਮੈਂ ਇੱਦਾਂ ਨਹੀਂ ਇੱਦਾਂ ਕਿਹਾ। ਇਹ ਮੈਨੂੰ ਇਹ ਲੱਗਦਾ ਵੀ ਕੋਈ ਜਿਹੜਾ ਹੈਗਾ ਮਾਈਂਡ ਸੈਟ ਅਜੇ ਤੱਕ ਬਣਿਆ ਹੀ ਨਹੀਂ ਹੈਗਾ ਵੀ ਕਰਨਾ ਕੀ ਆ। ਇਹ ਤਾਂ ਜਿਵੇਂ ਨਾ ਉਹੀ ਆਪਾਂ ਮੇਲੇ 'ਚ ਵੀ ਅਮਰੂਦਾਂ ਜਿਹੇ ਵਾਲਾ ਰੋਲ ਸਾਡਾ ਹੈਗਾ, ਤੇ ਉਹੀ ਘੁੰਮਦੇ ਫਿਰਦੇ ਆ ਵੀ ਇੱਥੇ ਯਾਰ ਕੁਛ ਕਹਿ ਲਓ, ਇੱਥੇ ਕੁਛ ਕਹਿ ਲਓ। ਜਿਵੇਂ ਮੈਨੂੰ ਇਹ ਵੀ ਲੱਗਦਾ ਕਿਤੇ ਨਾ ਕਿਤੇ ਵੀ ਕਿਤੇ ਸਾਈਕੋ ਤਾਂ ਨਹੀਂ, ਵੀ ਕਿਤੇ ਹੁਣ ਮੈਨੂੰ ਲੱਗਣ ਲੱਗ ਗਿਆ ਵੀ ਯਾਰ ਇਹ ਕਮਲਾ ਤਾਂ ਨਹੀਂ ਬੰਦਾ
ਯਾਰ ਕਦੇ ਕੁਛ ਕਹਿਣ ਦਾ ਕਦੇ ਕੁਛ ਕਹਿਣ ਦਾ, ਕਿਤੇ ਜਾ ਕੇ ਹੁਣ ਹਰਿਆਣੇ ਵਾਲਿਆਂ ਨਾਲ ਪੰਗਾ ਪਾ ਕੇ ਬਹਿ ਲਿਆ। ਇਹ ਸਿਰਫ ਜਿਹੜੀ ਹੈਗੀ ਆ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਕੇ, ਗਰਾਊਂਡ ਤੇ ਕੁਛ ਨਹੀਂ, ਆਪਣੀ ਇੱਕ ਜਿਹੜੀ ਪਾਪੂਲੈਰਿਟੀ ਕਾਇਮ ਕਰਨੀ ਚਾਹੁੰਦੇ ਨੇ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਫਿਲਮਾਂ 'ਚ ਪਤਾ ਨਹੀਂ ਦਰਸ਼ਕ ਵੱਧ ਮਿਲ ਜਾਣ। ਇੱਥੇ ਤੱਕ ਸੀਮਤ ਤੁਸੀਂ ਆ। ਫਿਲਮਾਂ ਦੀ ਗੱਲ ਕਰਦੇ ਹੋ, ਪਰ ਰਾਜਨੀਤੀ ਦੇ ਖੇਤਰ ਦੀ ਗੱਲ ਕਰੀਏ ਤਾਂ ਇੱਕ ਪਾਰਟੀ ਬਣਾਉਣ ਦੇ ਐਲਾਨ ਵੀ ਹੋਇਆ ਸੀ, ਗੱਲ ਹੋਈ ਸੀ, ਬਿਲਕੁਲ। ਪਰ ਲਾਲੀ ਜੀ, ਜੇਕਰ ਪਾਰਟੀ ਬਣਦੀ ਸੀ, ਤੁਹਾਡੇ ਜੋ ਕਿਸੇ ਨੂੰ ਕੋਈ ਆਪੱਤੀ ਸੀ, ਤੁਸੀਂ ਕਹਿੰਦੇ ਨਾ ਕਨੂਪ੍ਰਿਆ ਛੱਡ ਗਈ ਜਾਂ ਹੋਰ ਬੜੇ ਬੰਦੇ ਸੀ ਉਹ ਛੱਡ ਗਏ ਸੀ, ਕੋਈ ਦਿੱਕਤ ਸੀਗੀ ਪਾਰਟੀ ਬਣਾਉਣ ਤੋਂ, ਖੁੱਲ੍ਹ ਕੇ ਗੱਲ ਹੋਈ ਸੀ ਵੀ ਪਾਰਟੀ ਬਣਾਵਾਂਗੇ ਕੋਈ? ਬਿਲਕੁਲ। ਇਹ ਕਹਿੰਦੇ ਸੀ ਵੀ ਆਪਣੇ ਖਹਿਰਾ ਸਾਹਿਬ, ਗਾਂਧੀ ਜੀ, ਛੋਟੇਪੁਰ ਸਾਹਿਬ, ਮੈਂ ਕਿਹਾ ਕੋਈ ਪ੍ਰੋਬਲਮ ਨਹੀਂ, ਬਣਨੀ ਚਾਹੀਦੀ ਆ, ਪਰ ਕਲੀਅਰ ਹੋਣਾ ਚਾਹੀਦਾ ਵੀ ਆਪਾਂ ਨੇ ਬਣਾਉਣੀ ਆ। ਤੇ ਇਹ ਸਾਰੀਆਂ ਗੱਲਾਂ ਚਾਹੇ ਮੰਨਣ ਚਾਹੇ ਨਾ ਮੰਨਣ ਮੇਰੇ ਸਾਹਮਣੇ ਹੁੰਦੀਆਂ ਰਹੀਆਂ ਨੇ। ਉਹ 'ਚ ਪ੍ਰੋਫੈਸਰ ਪਨਜੀਤ ਸਿੰਘ ਵੀ ਸੀ, ਜੋਗਾ ਸਿੰਘ ਚੱਪੜ ਵੀ ਸੀ, ਤੇ ਸਿਮਰਜੀਤ ਕੌਰ ਗਿੱਲ ਜਿਹੜੀ ਪਹਿਲੀ ਮੀਟਿੰਗ ਦੇ ਵਿੱਚ ਵੀ ਹੈ, 4 ਨੂੰ ਵੀ, ਉਹਦੇ 'ਚ ਕੀ ਪ੍ਰੋਬਲਮ ਆ? ਹਰੇਕ ਬੰਦਾ, ਹੁਣ ਜਿਵੇਂ ਐਡਵੋਕੇਟ ਗਿੱਲ ਸੀ, ਉਹ ਕਹਿੰਦੀ ਸੀ ਮੈਂ ਤਾਂ ਸੋਸ਼ਲ ਸਰਵਿਸ ਕਰਨੀ ਹੈ ਜੀ। ਜੋਗਾ ਸਿੰਘ ਹੁਣੀ ਕਹਿੰਦੇ ਸੀ ਵੀ ਯਾਰ ਠੀਕ ਆ, ਪੋਲਿਟਿਕਸ ਹੋਣੀ ਚਾਹੀਦੀ ਆ। ਪ੍ਰੋਫੈਸਰ ਮਨਜੀਤ ਸਿੰਘ ਹੁਣੀ ਵੀ ਕਹਿੰਦੇ ਸੀਗੇ। ਇਸ ਕਰਕੇ ਇਹਦੇ ਵਿੱਚ ਮੈਨੂੰ ਲੱਗਦਾ ਕੋਈ ਦਿੱਕਤ ਨਹੀਂ ਸੀ, ਪਰ ਇਹ ਆਪ ਹੀ ਜਿਹੜਾ ਹੈਗਾ ਕਲੀਅਰ ਨਹੀਂ, ਇਹਦਾ ਏਜੰਡਾ ਜਿਹੜਾ ਮੈਨੂੰ ਫਿਰ ਉੱਥੋਂ ਸਮਝ ਆਉਣ ਲੱਗਿਆ ਵੀ ਇਹ ਕਿਤੇ ਨਾ ਕਿਤੇ ਲੁਕਮਾ ਹੈਗਾ ਕੋਈ ਨਾ ਕੋਈ। ਨਹੀਂ, ਏਜੰਡਾ ਤਾਂ ਖੁਦ ਮੁਖਤਿਆਰੀ ਦੀ ਗੱਲ ਕਰਦੇ ਰਹੇ ਨੇ, ਇਹ ਕਹਿੰਦੇ ਵੀ ਅਸੀਂ ਅਨੰਦਪੁਰ ਸਾਹਿਬ ਵਾਲਾ ਮਤਾ ਵੀ ਤਾਂ ਆਉਣਾ ਚਾਹੀਦਾ ਨਾ, ਉਹਦੀ ਗੱਲ ਵੀ ਬਹੁਤ ਕਰਦੇ ਰਹੇ ਨੇ। ਮੈਨੂੰ ਇਹ ਸਮਝ ਨਹੀਂ ਆਇਆ, ਖੁਦ ਮੁਖਤਿਆਰੀ ਜਿਹੜਾ ਸ਼ਬਦ ਆ, ਮੈਂ ਪਹਿਲਾਂ ਵੀ ਇੰਟਰਵਿਊਆਂ 'ਚ ਇਹ ਸਵੇ ਵਿਰੋਧ ਪੈਦਾ ਕਰਦਾ। ਖੁਦ ਮੁਖਤਿਆਰੀ ਕੀ ਹੁੰਦੀ ਆ? ਖੁਦ ਮੁਖਤਿਆਰੀ ਤਾਂ ਮੇਰੀ ਮੁਖਤਿਆਰੀ ਹੋ ਗਈ ਨਾ, ਸੰਗਤ ਦਾ ਰੂਪ ਤਾਂ ਕੋਈ ਨਾ ਹੋਇਆ। ਸੰਗਤ ਤਾਂ ਜਿਹੜੀ ਪੰਜਾਂ ਨਾਲ ਚੱਲਦੀ ਆ, ਇਕੱਲੇ ਬੰਦੇ ਨਾਲ ਨਹੀਂ ਚੱਲਦੀ ਹੈਗੀ। ਜਦੋਂ ਸਿੱਖੀ ਦੇ ਕਨਸੈਪਟ ਨੂੰ ਤੁਸੀਂ ਸਮਝੋਗੇ, ਤੁਸੀਂ ਕਹੋ ਵੀ ਅਸੀਂ ਤਾਂ ਮੁਖਤਿਆਰੀ ਚਾਹੁੰਦੇ ਆ। ਪਰਿਵਾਰ ਦੇ ਵਿੱਚ ਜਦੋਂ ਮੁੰਡੇ ਲੜਦੇ ਨੇ, ਅਗਲਾ ਕਹਿੰਦਾ ਬਾਈ ਜੀ ਮੈਂ ਬਾਪੂ ਦੀ ਨਹੀਂ ਚੱਲਣ ਦੇਣੀ, ਹੁਣ ਮੈਨੂੰ ਮੁਖਤਿਆਰੀ ਚਾਹੀਦੀ ਆ ਤੇ ਮੁਖਤਿਆਰੀ ਮਿਲਣੀ ਚਾਹੀਦੀ ਆ। ਖੁਦ ਮੁਖਤਿਆਰ ਤਾਂ ਮੈਂ ਹੈ ਹੀ ਆ, ਮੈਨੂੰ ਪਤਾ ਮੈਂ ਕਿੰਨਾ ਸਾਹ ਲੈਣਾ, ਕਿੰਨਾ ਪਾਣੀ ਪੀਣਾ, ਕਿੰਨੀ ਰੋਟੀ ਖਾਣੀ ਆ। ਇਸ ਕਰਕੇ ਸ਼ਬਦਾਂ ਦਾ ਸਵੇ ਵਿਰੋਧ ਆ। ਮੈਨੂੰ ਲੱਗਦਾ ਵੀ ਉਹਨੂੰ ਜਿਹੜੇ ਇਹਦੇ ਡਿਕਸ਼ਨਰੀ ਮੀਨਿੰਗ ਵੀ ਨਹੀਂ ਪਤਾ ਹੋਣਗੇ। ਨਹੀਂ, ਤੁਸੀਂ ਇਹਦਾ ਮਤਲਬ ਇਹ ਕਹਿ ਰਹੇ ਹੋ ਵੀ ਖੁੱਲ੍ਹ ਕੇ ਇਹ ਨਹੀਂ ਕਹਿੰਦੇ ਸੀ ਸਾਨੂੰ ਵੱਖਰਾ ਸਟੇਟ ਚਾਹੀਦਾ? ਬਿਲਕੁਲ। ਜੇ ਮੰਗਣਾ ਫਿਰ ਕਹਿਣਾ ਚਾਹੀਦਾ ਸੀ। ਹੋ ਸਕਦਾ ਉਸ ਗੱਲ ਦੇ ਉੱਤੇ ਮੈਂ ਰਿਐਕਟ ਕਰਦਾ ਵੀ ਨਹੀਂ, ਫਿਰ ਮੈਂ ਉਹ ਇਹ ਕਹਿੰਦੇ ਵੀ ਖਾਲਿਸਤਾਨ ਦੀ ਗੱਲ ਹੋਣੀ ਚਾਹੀਦੀ ਹੈ। ਗੱਲ ਤਾਂ ਉੱਥੇ ਹੀ ਹੁੰਦੀ ਆ ਨਾ। ਠੀਕ ਆ ਵੀ ਸਾਨੂੰ ਜਿਹੜੀ ਵੱਖਰੀ ਸਟੇਟ ਚਾਹੀਦੀ ਆ, ਵੱਖਰਾ ਸੂਬਾ ਚਾਹੀਦਾ, ਅਸੀਂ ਇੱਥੇ ਤੰਗ ਆ। ਮੈਂ ਇੱਕ ਗੱਲ ਕਹਿਣਾ ਹੁੰਦਾ ਖਾਲਿਸਤਾਨੀਆਂ ਨੂੰ ਵੀ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਬਾਬਾ ਬੀਜਿੰਗ ਤੋਂ ਲੈ ਕੇ ਰੋਮ ਤੱਕ ਲੋਕਾਂ 'ਚ ਜਾਂਦਾ ਰਿਹਾ। ਬਾਬੇ ਦੇ ਕਿਹੜਾ ਉਹ ਧਰਮ ਭਰਾ ਸੀਗੇ, ਕਿਤੇ ਮੁਸਲਮਾਨ ਸੀ, ਕਿਤੇ ਹਿੰਦੂ ਸੀ, ਕਿਤੇ ਬੋਧੀ ਸੀਗੇ। ਤੇ ਫਿਰ ਖਾਲਿਸਤਾਨ ਤਾਂ ਐਡਾ ਹੋਣਾ ਚਾਹੀਦਾ, ਜਿੱਥੇ ਬਾਬਾ ਪੈਰ ਧਰੇ ਆ ਉਹ ਸਾਰਾ ਜਿਹੜਾ ਹੈਗਾ ਖਾਲਿਸਤਾਨ ਦੇ ਵਿੱਚ ਇਨਕਲੂਡ ਹੋਣਾ ਚਾਹੀਦਾ। ਜੇ ਤੁਸੀਂ ਲੈਣਾ, ਤੁਸੀਂ ਛੋਟੀ ਕਿਉਂ ਗੱਲ ਕਰਦੇ ਹੋ? ਤੁਹਾਡੇ ਬਾਬੇ ਨੇ ਨੀਲ ਨਦੀ ਤੱਕ ਪੈਰ ਪਾਏ ਨੇ, ਰੋਮ ਤੱਕ ਪੈਰ ਪਾਏ ਨੇ, ਤੁਸੀਂ ਨਿੱਕੀਆਂ ਗੱਲਾਂ ਪੰਜਾਬ ਨੂੰ ਲੈ ਕੇ ਕੀ ਕਰਦਾ ਬਣਾ ਗਿਆ ਬਾਬਾ। ਬਿਲਕੁਲ, ਤੁਸੀਂ ਛੋਟੀ ਗੱਲ ਕਰਦੇ ਹੋ। ਜੇ ਤੁਹਾਡਾ ਐਕਸਪੋਜ਼ਰ ਵੱਡਾ, ਜੇ ਤੁਸੀਂ ਕਹਿੰਦੇ ਆ ਫਿਰ ਇੱਕ ਦੂਜੀ ਗੱਲ, ਇਹ ਬਹੁਤ ਇੰਟੈਲੀਜੈਂਟ ਆ ਜੀ, ਤੇ ਇਕੱਲੇ ਅੰਗਰੇਜ਼ੀ ਦੇ ਸ਼ਬਦ ਬੋਲਣ ਦੇ ਨਾਲ ਇੰਟੈਲੀਜੈਂਸੀ ਨਹੀਂ ਤੁਸੀਂ ਕਾਊਂਟ ਕਰ ਸਕਦੇ। ਨਹੀਂ, ਪਰ ਜੇਕਰ ਤੁਸੀਂ ਇੰਟੈਲੀਜੈਂਟ ਦੀ ਗੱਲ ਕਰਦੇ ਹੋ, ਦੀਪ ਸਿੱਧੂ ਦੀ ਗੱਲਾਂ ਕਰ ਲਈਏ, ਤਾਂ ਉਹਦੇ ਵੱਲੋਂ ਜੋ ਆਈਡੀਓਲੋਜੀ ਦਿਖਾਈ ਜਾਂਦੀ ਹੈ ਜਾਂ ਜੋ ਗੱਲਾਂ ਕੀਤੀਆਂ ਜਾਂਦੀਆਂ ਨੇ, ਚਾਹੇ ਕਿਸੇ ਵੀ ਚੀਜ਼ ਨਾਲ ਜੁੜੀਆਂ ਹੋਣ, ਤਾਂ ਉਹਨਾਂ ਦਾ ਦੀਪ ਸਿੱਧੂ ਦਾ ਕਹਿਣਾ ਹੁੰਦਾ ਸੀ ਕਿ ਸਾਨੂੰ ਵੀ ਪਲਾਨ ਰੱਖਣਾ ਚਾਹੀਦਾ, ਪਲਾਨ B ਵੀ ਹੋਣਾ ਚਾਹੀਦਾ, ਜਾਂ ਸਾਡੇ ਕੋਲ ਅਜਿਹੀ ਆ ਵਿਉਂਤਬੰਦੀ ਹੋਣੀ ਚਾਹੀਦੀ ਹੈ ਕਿ ਜੋ ਸਿਰਫ ਕਿਸਾਨੀ ਮੁੱਦੇ ਨੇ ਹੱਲ ਕਰਨ, ਪੰਜਾਬ ਦੀ ਲਾਮਬੰਦੀ ਇਸ ਤਰੀਕੇ ਨਾਲ ਹੋਵੇ ਕਿ ਪੰਜਾਬ ਦੇ ਮੁੱਦੇ ਵੀ ਹੱਲ ਕੀਤੇ ਜਾਣ। ਉਹ ਚੰਗੀ ਗੱਲ ਆ। ਮੈਂ ਕਹਿੰਦਾ ਹੋਣੇ ਚਾਹੀਦੇ ਨੇ, ਪਰ ਤੁਸੀਂ ਕਿਸੇ ਦੇ ਵਿਆਹ ਦੇ ਵਿੱਚ ਭੰਗਣਾ ਥੋੜਾ ਪਾ ਸਕਦੇ ਹੋ। ਕਿਸੇ ਦੇ ਵਿਆਹ 'ਚ ਜਾ ਕੇ ਲੱਤ ਅੜਾ ਕੇ ਵੀ ਤੁਸੀਂ ਜੇ ਪਤੀਲਾ ਡੋਲ ਦੋ ਕਿਸੇ ਦੀ ਸਬਜ਼ੀ ਵਾਲਾ, ਫਿਰ ਤਾਂ ਅਗਲਾ ਕੁੱਟੂਏ, ਫਿਰ ਤੁਹਾਨੂੰ ਕੱਢੂਗਾ ਵੀ ਉੱਥੋਂ। ਠੀਕ ਆ, ਤੁਸੀਂ ਕਹੋ ਭਾਈ ਆਪਾਂ ਵਿਆਹ ਨਿਪਟਾ ਲਈ, ਆਪਾਂ ਇਹੀ ਕਹਿੰਦੇ ਆ। ਜੇ ਕੋਈ ਆਪਣੇ ਘਰ 'ਚ ਕੋਈ ਝਗੜਾ ਹੋਵੇ, ਆਪਾਂ ਜਾਂ ਸਾਡਾ ਵਿਆਹ ਲੰਘ ਜਾਣ ਦਿਓ, ਉਹ ਤੋਂ ਬਾਅਦ ਆਪਾਂ ਅਗਲੀ ਗੱਲ ਕਰ ਲਾਂਗੇ। ਇੱਥੇ ਤਾਂ ਇਹ ਕਹਿੰਦੇ ਵੀ ਅਸੀਂ ਤਾਂ ਵਿਆਹ 'ਚ ਟੈਂਟ ਵੀ ਪਾੜਾਂਗੇ, ਤੁਹਾਡੀਆਂ ਜਿਹੜੀਆਂ ਹੈਗੀਆਂ ਪਤੀਲੇ ਵੀ ਚੱਕ ਸਿੱਟਾਂਗੇ, ਤੇ ਲੰਬੜਦਾਰੀ ਵੀ ਸਾਡੇ ਕੋਲੇ ਹੋਵੇਗੀ। ਇਹ ਨਹੀਂ ਚੱਲਦਾ ਹੁੰਦਾ। ਅੱਛਾ, ਸ਼ੁਰੂ ਤੋਂ ਹੀ ਇਹ ਜਿਹੜੀ ਗੱਲ ਸੀ, ਤੁਸੀਂ ਗੱਲ ਕਰ ਰਹੇ ਹੋ ਕਿ ਅਸੀਂ ਆਪ ਦੀ ਲੰਬੜਦਾਰੀ ਆਪ ਕਰਨੀ ਹੈ, ਚਾਹੇ ਹੋਰ ਜੋ ਮਰਜ਼ੀ ਚੱਲ ਰਿਹਾ। ਹਾਲਾਂਕਿ ਦੀਪ ਸਿੱਧੂ ਦਾ ਇਹ ਕਹਿਣਾ ਆ ਵੀ ਮੈਂ ਸਤਿਕਾਰ ਕਰਦਾ ਜਿੰਨੇ ਬਜ਼ੁਰਗ ਨੇ ਸਾਡੇ ਕਿਸਾਨ, ਸਾਡੇ ਆਗੂ ਨੇ, ਬਜ਼ੁਰਗ ਨੇ, ਮੈਂ ਸਤਿਕਾਰ ਕਰਦਾ। ਇਹ ਕਦੇ ਗੱਲ ਹੋਈ ਸੀ 10 ਦਿਨਾਂ ਦੌਰਾਨ, 12 ਦਿਨਾਂ ਦੌਰਾਨ ਮੀਟਿੰਗ ਦੇ ਨਾਲ, ਉਸ ਤੋਂ ਬਾਅਦ ਤੁਹਾਨੂੰ ਕਦੇ ਪਤਾ ਲੱਗਿਆ ਹੋਵੇ ਵੀ ਅਸੀਂ ਉਹਨਾਂ ਤੋਂ ਵੱਖਰੇ ਚੱਲਣਾ, ਅਸੀਂ ਕਿਸਾਨਾਂ ਦੇ ਨਾਲ ਨਹੀਂ ਚੱਲਣਾ? ਨਹੀਂ, ਉਹ ਇਹ ਵਾਰ-ਵਾਰ ਕਹਿੰਦੇ ਰਹੇ ਨੇ ਵੀ ਜਥੇਬੰਦੀਆਂ ਦੇ ਕੋਲ ਕੁਝ ਨਹੀਂ ਹੈਗਾ, ਇਹ 31-32 ਨੇ 33 ਹੋ ਜਾਣਗੀਆਂ। ਇਹ ਪਹਿਲਾਂ ਹੀ ਪਲਾਨ ਸੀਗਾ ਵੀ ਇਹਨਾਂ ਤੋਂ ਅੱਡ ਚੱਲਣਾ। ਦੇਖੋ ਜਿਹੜੀਆਂ ਮੀਟਿੰਗਾਂ ਕਰਦੇ ਸੀ ਉਹਦੇ ਵਿੱਚ ਕਿਸਾਨ ਵੀ ਤਾਂ ਬੁਲਾ ਸਕਦਾ ਸੀ। ਫਰੰਗੀ ਪਾਣੀ ਕਿੰਨੀ ਕੁ ਦੂਰ ਸੀ, ਸਾਰੇ ਚੰਡੀਗੜ੍ਹ ਆਉਂਦੇ ਸੀ, ਕਿਸੇ ਨੂੰ ਨਹੀਂ ਸੱਦਿਆ ਗਿਆ, ਕਿਉਂਕਿ ਲੱਖੇ ਹੋਣੀ ਪਹਿਲਾਂ ਹੀ ਇਸ ਗੱਲ ਦਾ ਹਿਸਾਬ ਕਿਤਾਬ ਲਾ ਗਏ ਸੀ। ਉਹ ਜਦੇ ਹੀ ਕੁਇਟ ਕਰ ਗਏ ਪਹਿਲਾਂ ਹੀ। ਹੋਰ ਵੀ ਜਿਹੜੇ ਐਕਟਿਵ ਸੀਗੇ ਬੰਦੇ ਉਹ ਸਾਰੇ ਹੌਲੀ-ਹੌਲੀ ਛੱਡ ਗਏ ਸੀ, ਕਿਉਂਕਿ ਇਹ ਪਲਾਨ ਵੀ ਤਾਂ ਇਹੀ ਸੀ ਵੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ MLA ਕਿਵੇਂ ਬਣਨਾ ਤੇ MP ਕਿਵੇਂ ਬਣਨਾ। ਅਸੀਂ ਤਾਂ ਕਹਿੰਦੇ ਰਹੇ ਵੀ ਯਾਰ ਜੇ ਬਣਨਾ ਤਾਂ ਖੁੱਲ੍ਹ ਕੇ ਤਾਂ ਦੱਸੋ, ਆਪਾਂ ਉਸ ਪਾਸੇ ਨੂੰ ਤੁਰੀਏ। ਪਰ ਲਾਲੀ ਸਾਹਿਬ, MLA ਬਹੁਤ ਛੋਟੀ ਚੀਜ਼ ਨਹੀਂ। ਮੈਂ ਜੇ ਦੀਪ ਸਿੱਧੂ ਦੀ ਗੱਲ ਕਰਾਂ, ਜੇਕਰ ਅਸੀਂ ਇੱਕ ਸਵਾਲ ਖੜਾ ਕਰੀਏ, ਕਿਉਂਕਿ ਦੀਪ ਸਿੱਧੂ ਬੇਸ਼ੱਕ ਇੱਕ ਪਾਰਟੀ ਛੱਡ ਕੇ ਬਿਲਕੁਲ ਇੱਕ ਪਾਰਟੀ ਦੇ ਲਈ ਪ੍ਰਚਾਰ ਕੀਤਾ, ਸਾਨੂੰ ਇਹ ਨਹੀਂ ਲੱਗਦਾ ਪਿਆ ਵੀ ਬਹੁਤ ਛੋਟੀ ਗੱਲ ਹੋ ਰਹੀ ਸੀ ਇੱਥੇ? ਨਹੀਂ, ਉਹਨਾਂ ਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਰਸਤਾ ਤਾਂ ਅਡਾਪਟ ਹੀ ਕਰਨਾ ਪਊਗਾ ਨਾ। ਜੇ ਇਲੈਕਸ਼ਨ ਨਹੀਂ ਲੜਾਂਗੇ, MLA MP ਨਹੀਂ ਬਣਾਂਗੇ, ਫਿਰ ਗੱਲ ਕਿਵੇਂ ਚੱਲੂਗੀ?
ਤੇ ਉਹ ਉਸੇ ਰਾਹ ਦੇ ਉੱਤੇ ਤੁਰੇ ਹੋਏ ਸੀ। ਉਹ ਕਿਤੋਂ ਸ਼ੁਰੂ ਤਾਂ ਕਰਨਾ ਹੀ ਪੈਣਾ ਸੀ। ਨਹੀਂ, ਮੇਰਾ ਜਿਹੜਾ ਸਵਾਲ ਉਹ ਇਸ ਕਰਕੇ ਆ ਵੀ ਜੇ ਦੀਪ ਸਿੱਧੂ ਦੋਸ਼ ਵਾਕਈ ਲੱਗ ਰਹੇ ਨੇ ਵੀ ਆਰਐਸਐਸ ਦਾ ਬੰਦਾ ਹੈ, ਜੋ ਦੋਸ਼ ਉਤੇ ਲੱਗੇ ਜਾਂ ਏਜੰਸੀਆਂ ਦਾ ਬੰਦਾ ਹੈ, ਫਿਰ ਇਹ ਚੀਜ਼ ਜਾਂ ਇਹ ਰਾਹ ਜਿਹੜੀ ਉਹ ਅਪਣਾ ਰਿਹਾ ਸੀ ਉਹ ਬਹੁਤ ਛੋਟੀ ਨਹੀਂ ਲੱਗਦੀ? ਨਹੀਂ, ਉਹਦੇ 'ਚ ਇੱਕ ਮੈਨੂੰ ਲੱਗਦਾ ਕਈ ਵਾਰ ਨਾ ਕੁਦਰਤ ਜਿਹੜੀ ਹੈਗੀ ਹੈ ਬੈਰੀਕੇਡਿੰਗ ਕਰ ਦਿੰਦੀ ਆ। ਅੱਛਾ, ਬੀਜੇਪੀ 'ਚ ਬੜੀ ਤਰੀਕੇ ਨਾਲ ਚੱਲ ਰਹੇ ਸੀ, ਸਨੀ ਦਿਓਲ ਨਾਲ ਉਹਦੀ ਮਿੱਤਰਤਾ ਸੀ, ਧਰਮਿੰਦਰ ਦੇ ਪਰਿਵਾਰ ਨਾਲ ਕੰਪੇਨਿੰਗ ਵੀ ਕੀਤੀ। ਇਨ ਬਿਟਵੀਨ ਜਿਹੜਾ ਕਿਸਾਨ ਅੰਦੋਲਨ ਆ ਗਿਆ, ਹੁਣ ਜੇ ਬੀਜੇਪੀ ਦੇ ਨਾਲ ਜੁੜਿਆ ਰਹਿੰਦਾ ਸੀ ਫਿਰ ਬਦਨਾਮੀ ਬਹੁਤ ਹੁੰਦੀ ਆ। ਪੰਜਾਬ ਦੇ ਲੀਡਰ ਨੇ ਦੇਖਿਆ, ਲੋਕਾਂ ਨੇ ਕੁਇਟ ਕੀਤੀ ਆ ਬੀਜੇਪੀ ਪੰਜਾਬ ਦੇ ਵਿੱਚ। ਹਾਲਾਤ ਇਹ ਨੇ ਵੀ ਕੱਪੜੇ ਪਾੜ ਦਿੱਤੇ ਲੀਡਰਾਂ ਦੇ। ਤੁਸੀਂ ਵੇਖੋ ਇੱਕ ਐਮਐਲਏ ਸੀਗਾ, ਉਹਦੇ ਕੱਪੜੇ ਪਾੜਦੇ ਕਿਸਾਨਾਂ ਨੇ। ਉਹ ਫਿਰ ਸਰਵਾਈਵ ਕਰਨ ਦੇ ਲਈ ਜਿਹੜਾ ਹੈਗਾ ਤੁਹਾਨੂੰ ਪੈਂਤੜਾ ਜਿਹੜਾ ਉਹ ਕਹਿੰਦਾ ਨਾ ਵੀ ਬਾਰ-ਬਾਰ ਪੈਂਤੜੇ ਬਦਲਣੇ ਪੈਂਦੇ ਨੇ। ਇੱਕ ਪੈਂਤੜਾ ਸੀਗਾ ਵੀ ਹੁਣ ਕਿਸਾਨ ਅੰਦੋਲਨ ਦੇ ਨਾਂ ਦੇ ਉੱਤੇ ਆਪਣੇ ਆਪ ਨੂੰ ਇੰਨਾ ਫੇਮਸ ਕਰ ਲਓ, ਕਿਉਂਕਿ ਉਦੋਂ ਤੱਕ ਉਹ ਗੁਰਦਾਸਪੁਰ ਦੀ ਇਲੈਕਸ਼ਨ ਤੱਕ ਇੰਨਾ ਫੇਮਸ ਨਹੀਂ ਸੀਗਾ। ਲੋਕ ਆਗੂ ਦੇ ਤੌਰ ਤੇ ਉਹਨੂੰ ਕੋਈ ਨਹੀਂ ਸੀ ਜਾਣਦਾ। ਸਨੀ ਦਿਓਲ ਦਾ ਮਿੱਤਰ ਸੀ, ਹੋਰ ਵੀ ਕਈ ਮਿੱਤਰ ਹੋਣਗੇ। ਉਹ ਐਸਟੈਬਲਿਸ਼ ਜਿਹੜਾ ਹੋਣਾ ਹੁੰਦਾ ਕਿਸੇ ਨੇ, ਉਹ ਫਿਰ ਕਿਸੇ ਨਾ ਕਿਸੇ ਨੂੰ ਰਾਹ ਲੱਭਦਾ। ਉਹਨੇ ਕਿਹਾ ਵੀ ਜੇ ਬੀਜੇਪੀ ਜਾਂ ਹੁਣ ਆਰਐਸ ਦੇ ਜੇ ਤਾਂ ਹੁੰਦਾ ਸਮੂਥ ਚੱਲਦਾ ਕੰਮ, ਕਿਸਾਨ ਅੰਦੋਲਨ ਨਾ ਹੁੰਦਾ, ਫਿਰ ਉਹ ਹੋ ਸਕਦਾ ਵੀ ਅੱਜ ਬੀਜੇਪੀ ਦਾ ਹੀ ਆਗੂ ਹੁੰਦਾ। ਅੱਛਾ, 26 ਦੀ ਘਟਨਾ ਜੋ ਹੋਈ, ਬਿਲਕੁਲ ਦੀਪ ਸਿੱਧੂ ਦੇ ਬਿਆਨ ਜੋ ਬਾਅਦ ਚੋਂ ਆਏ ਨੇ 30,000 ਕੋਰਟ ਦੇ ਵਿੱਚ ਕਿ ਮੈਂ ਗਲਤ ਜਗ੍ਹਾ ਗਲਤ ਟਾਈਮ ਤੇ ਸੀ ਜਾਂ ਮੈਂ ਪੁਲਿਸ ਦੀ ਸਹਾਇਤਾ ਕਰਨ ਲਈ ਗਿਆ ਸੀ, ਇਹ ਸੁਰਖੀਆਂ ਬਣੇ ਸੀ। ਇਹ ਬਿਆਨ ਉਦੋਂ ਸੁਰਖੀਆਂ ਬਣੇ ਸੀ। ਹਾਲਾਂਕਿ ਉਦੋਂ ਬਾਅਦ ਚਰਚਾ ਇਸ ਬਿਆਨਾਂ ਤੇ ਠੱਪ ਹੋ ਗਈ। 26 ਦੀ ਘਟਨਾ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਪਲਾਨ ਕੀਤੀ ਗਈ ਜਾਂ ਦੀਪ ਸਿੱਧੂ ਦੇ ਜੋ ਬਿਆਨ ਸੀ ਉਹ ਸੱਚੇ ਨੇ? ਬਾਈ ਜੀ, ਬਿਨਾਂ ਪਲਾਨਿੰਗ ਤੋਂ ਕੁਝ ਨਹੀਂ ਹੁੰਦਾ। ਪਲਾਨਿੰਗ ਤਾਂ ਕਿਸਾਨਾਂ ਦੀ ਸੀ ਨਾ ਵੀ ਆਪਾਂ ਨੇ ਰਿੰਗ ਰੋਡ ਤੇ ਜਾਣਾ, ਵੀ ਇੱਕ ਰੂਟ ਜਿਹੜਾ ਆਪਾਂ ਨੂੰ ਰਿੰਗ ਰੂਟ ਦਿੱਤਾ ਗਿਆ ਉਹਦੇ ਪਰ ਹੀ ਰਹਿਣਾ ਆਪਾਂ ਨੇ। ਜਦੋਂ ਪਲਾਨਿੰਗ ਨੂੰ ਤੋੜਨ ਲਈ ਵੀ ਤਾਂ ਤੁਸੀਂ ਪਲਾਨਿੰਗ ਕਰੋਗੇ ਨਾ। ਤੁਸੀਂ ਫਿਰ ਲਾਲ ਕਿਲੇ ਕੀ ਕਰਨ ਜਾਂਦੇ ਹੋ? ਦੀਪ ਸਿੱਧੂ ਕਹਿੰਦਾ ਮੈਂ ਤਾਂ ਭੀੜ ਜਾਂ ਪੁਲਿਸ ਦੀ ਹੈਲਪ ਕਰਨ ਗਿਆ ਸੀ ਉੱਥੇ। ਫਿਰ ਝੰਡਾ ਚੜਾ ਕੇ ਤੁਸੀਂ ਆਪਣੀਆਂ ਫੋਟੋ, ਮਾਹੌਲ ਉਹ ਜਿਹਾ ਬਣ ਗਿਆ। ਕਿਵੇਂ ਬਣ ਗਿਆ ਮਾਹੌਲ? ਤੁਹਾਨੂੰ ਕਿਹਨੇ ਜਾਣ ਦਿੱਤਾ? ਤੁਹਾਨੂੰ ਕਿਹਨੇ ਜਾਣ ਦਿੱਤਾ? ਸਵਾਲ ਵੱਡੇ ਖੜੇ ਹੁੰਦੇ ਨੇ। ਤੁਸੀਂ ਇਹਦਾ ਮਤਲਬ ਜਾਂ ਤਾਂ ਤੁਹਾਨੂੰ ਸਕਾਊਟ ਕਰਕੇ ਲੈ ਕੇ ਜਾਂਦਾ ਕੋਈ ਨਾ ਕੋਈ। ਤੁਹਾਨੂੰ ਉਹਨਾਂ ਦਿਨਾਂ 'ਚ ਇੰਨੀ ਭੀੜ ਸੀ, ਤੁਹਾਡੀ ਗੱਡੀ ਕਿਵੇਂ ਪਹੁੰਚ ਜਾਂਦੀ ਹੈ ਉੱਥੇ? ਠੀਕ ਆ, ਫਿਰ ਤੁਸੀਂ ਉਸ ਨੂੰ ਸੈਲੀਬ੍ਰੇਟ ਵੀ ਕਰਦੇ ਹੋ। ਮੈਂ ਇਹ ਅੱਜ ਵੀ ਕਹਿਣਾ ਵੀ ਝੰਡਾ ਚੜਾਉਣਾ ਕੋਈ ਮਾੜੀ ਗੱਲ ਨਹੀਂ। ਤੁਸੀਂ ਉੱਥੇ ਫੋਟੋਆਂ ਖਿਚਾਉਂਦੇ ਹੋ। ਤੁਸੀਂ ਕਿਹਾ ਵੀ ਆਹ ਖਾਲਸੇ ਨੇ ਝੰਡਾ ਚੜਾਤਾ, ਜਾਂ ਤਾਂ ਫਿਰ ਹੁਣ ਉੱਥੇ ਹੀ ਬਹਿੰਦਾ ਕਹਿੰਦਾ ਵੀ ਮੈਂ ਜਿਹੜਾ ਹੈਗਾ ਸਿੱਖ ਸਿਧਾਂਤਾਂ ਦੇ ਮੁਤਾਬਕ ਮੈਂ ਹੁਣ ਝੰਡਾ ਫਿਰ ਮੁੜ ਕੇ ਪੈਰਾਂ 'ਚ ਰੋਲਿਆ। ਬਿਲਕੁਲ, ਉਹ ਕੋਈ ਸ਼ੱਕ ਨਹੀਂ। ਉਹ ਬਾਅਦ ਚੋਂ ਐਵੀਡੈਂਸ ਵਾਂਗੂ ਪੇਸ਼ ਕੀਤਾ ਗਿਆ। ਬਿਲਕੁਲ। ਤੁਸੀਂ ਸਟੇਟ ਨਾਲ ਜਦੋਂ ਲੜਦੇ ਹੋ, ਇਹ ਗੱਲਾਂ ਹੁੰਦੀਆਂ ਰਹੀਆਂ ਨੇ ਵੀ ਸਟੇਟ ਦਾ ਰਿਪਰੈਸ਼ਨ ਬਹੁਤ ਮਾੜਾ ਹੁੰਦਾ। ਇਸ ਕਰਕੇ ਜਾਂ ਤਾਂ ਸਟੇਟ ਤੁਹਾਨੂੰ ਉਦੋਂ ਤੱਕ ਕੁਝ ਨਹੀਂ ਕਹਿੰਦੀ ਜਦ ਤੱਕ ਤੁਸੀਂ ਰਲੇ ਹੋਏ, ਜਦੋਂ ਤੱਕ ਨਾਲ ਹੋ। ਜਦੋਂ ਤੁਸੀਂ ਮਾੜੇ ਜਿਹੇ ਟੇਢੇ ਹੋਏ ਫਿਰ ਸਟੇਟ ਤੁਹਾਨੂੰ ਕਿਤੇ ਚੱਲਣ ਦਿੰਦੀ ਹੈ। ਤੇ ਐਡੀ ਵੱਡੀ ਸਟੇਟ ਹੋਵੇ, ਵਰਲਡ ਦਾ ਇੱਕ ਵੱਡਾ ਕੰਟਰੀ ਆ, ਵੱਡਾ ਪ੍ਰਬੰਧ ਆ ਉਹਨਾਂ ਦਾ, ਕਿਵੇਂ ਤੁਹਾਨੂੰ ਚੱਲਣ ਦੇ ਦੇਣਗੇ? ਤੇ ਤੁਹਾਨੂੰ ਹੁਣ ਜੇਲ੍ਹ ਦੇ ਵਿੱਚ ਵੀ ਫੁੱਲਾਂ ਵਾਂਗੂ ਰੱਖਿਆ। ਬੰਦੇ ਜਿਹੜੀ ਹੈਗੀ ਆਫ ਦੀ ਰਿਕਾਰਡ ਇਨਫੋਰਮੇਸ਼ਨ ਆਉਂਦੀ ਆ, ਤੇ ਬਾਕੀਆਂ ਦੇ ਹਾਲਾਤ ਕੀ ਨੇ? ਬਾਕੀਆਂ ਨੂੰ ਕੁੱਟਿਆ ਵੀ ਗਿਆ, ਮਾਰਿਆ ਗਿਆ, ਤਾਂ ਹੱਥ ਵੀ ਨਹੀਂ ਲਾਇਆ ਕਿਸੇ ਨੇ। ਵੱਡੇ ਸਵਾਲ ਖੜੇ ਕਰ ਰਹੇ ਹੋ। ਬਿਲਕੁਲ ਮੈਂ ਕਰ ਰਹੇ ਹਾਂ ਤੁਸੀਂ ਆਪਦੇ ਆਪ ਤੇ। ਨਹੀਂ, ਮੈਂ ਬਿਲਕੁਲ ਮੈਂ ਇੱਕ ਦੂਜੀ ਗੱਲ, ਇਹਨਾਂ ਕੋਲ ਇੱਕ ਵਰਕ ਫੋਰਸ ਜੀ ਕੰਮ ਕਰਦੀ ਹੈ ਸੋਸ਼ਲ ਮੀਡੀਆ ਤੇ। ਉਹਨਾਂ ਦਾ ਕੰਮ ਇਹ ਗਾਲਾਂ ਕੱਢਣਾ। ਅੱਛਾ, ਵੀ ਇਹ ਜਿਹੜੇ ਨੇ ਇਹ ਦਲਾਲ ਨੇ ਜੀ, ਇਹ ਫਲਾਣਾ ਜੀ, ਇਹ ਵਿਕੇ ਹੋਏ ਨੇ। ਤੇ ਆਪ ਵੀ ਆਪਣਾ ਆਇਡੈਂਟੀਫਾਈ ਕਰੋ ਨਾ ਵੀ ਤੁਸੀਂ ਕਿੱਥੇ ਖੜੇ ਹੋ। ਤੁਹਾਡੇ ਪਰ ਤਾਂ ਲੋਕ ਰੋਜ਼ ਐਲੀਗੇਸ਼ਨ ਲਾਉਂਦੇ ਨੇ। ਤੇ ਉਹਨੂੰ ਹੁਣ ਕਰੋਨਾ ਦਾ ਚੱਲਦਾ ਸਿਸਟਮ, ਹੁਣ ਪਿੰਡਾਂ 'ਚ ਰੈਲੀਆਂ ਕਰਨ ਲੱਗ ਗਿਆ ਸੀ। ਲਾਮਬੰਦੀ ਕਰ ਰਹੇ ਹੋ, ਕਹਿੰਦੇ ਬਿਲਕੁਲ ਵੱਡਾ ਹੋਣਾ ਚਾਹੀਦਾ ਅੰਦੋਲਨ ਜਾਂ ਬਦਲਾਅ ਹੋਣੇ ਚਾਹੀਦੇ ਨੇ। ਵਾਰ-ਵਾਰ ਉਹ ਦੀਪ ਸਿੱਧੂ ਆਪਣੇ ਬਿਆਨਾਂ 'ਚ ਗੱਲਾਂ ਕਰਦਾ ਆ ਕਿ ਸਾਡੇ ਕੋਲ ਸਿਰਫ ਕਿਸਾਨੀ ਮੁੱਦਾ ਨਹੀਂ ਹੈ, ਸਾਡੇ ਕੋਲ ਨਸ਼ਿਆਂ ਦਾ ਮੁੱਦਾ ਵੀ, ਸਾਡੇ ਕੋਲ ਬੇਰੁਜ਼ਗਾਰੀ ਦਾ ਮੁੱਦਾ ਵੀ ਹੈ, ਸਾਡੇ ਕੋਲ ਮੁਖਤਿਆਰੀ ਦਾ ਮੁੱਦਾ ਵੀ ਆ। ਖੁਦ ਮੁਖਤਿਆਰੀ ਵਾਲੀ ਗੱਲਾਂ ਇਹ ਹੋਣੀਆਂ ਚਾਹੀਦੀਆਂ ਨੇ। ਇਹ ਵੱਖਰੇ ਮੈਟਰ ਨੇ। ਅੱਜ ਰੌਲਾ ਜਿਹੜਾ ਜ਼ਮੀਨ ਦਾ, ਪੰਜਾਬ ਦੀ ਦਾ, ਹਰਿਆਣੇ ਦੀ ਜ਼ਮੀਨ ਦਾ, ਕਿਸਾਨੀ ਮਰ ਰਹੀ ਆ ਇਸ ਦੇਸ਼ ਦੀ, ਇੰਡੀਆ ਦੀ ਕਿਸਾਨੀ ਦਾ ਰੌਲਾ। ਜਦੋਂ ਉਹ ਨਜਿੱਠ ਲਏ ਫਿਰ ਤੁਹਾਡੇ ਲਈ ਤੁਸੀਂ ਚਲਾਓ ਮੂਵਮੈਂਟ। ਮੈਂ ਤਾਂ ਪਹਿਲਾਂ ਵੀ ਕਹਿੰਦਾ ਰਿਹਾ ਵੀ ਸਿਆਸੀ ਮੂਵਮੈਂਟ ਚਲਾਉਣੀ ਹੈ, ਚਲਾਓ। ਸਿਆਸੀ ਮੂਵਮੈਂਟ ਨਾਲ ਹੀ ਲਾਉਂਗੇ ਨਾ। ਜੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਨੇ ਚਲਾਈ ਬੀਐਸਪੀ ਤਾਂ ਆਇਆ ਮਤੀ ਮੁੱਖ ਮੰਤਰੀ ਬਣੀ। ਜੇ ਉਹ ਕਹਿੰਦੇ ਅਸੀਂ ਤਾਂ ਮੂਵਮੈਂਟ ਚਲਾਉਣੀ ਆ, ਅਸੀਂ ਤਾਂ ਬੰਦੇ ਨਹੀਂ ਜਿਤਾਉਣੇ, ਇਹ ਸਾਰਾ ਕੁਝ ਕਰਨਾ ਪਊਗਾ। ਕਈ ਵਾਰ ਜਿਹੜੀ ਹੈਗੀਆਂ ਥਿਊਰੀ ਜਿਹੜੀਆਂ ਜਦੋਂ ਕੰਟਰਾਡਿਕਟ ਕਰਦੀਆਂ ਨੇ, ਮੈਂ ਫੇਰ ਬਾਰ-ਬਾਰ ਕਹਿਣਾ ਜਿੰਨਾ ਉਹ ਇੰਟੈਲੀਜੈਂਟ ਸਮਝਦਾ ਆਪਣੇ ਆਪ ਨੂੰ ਐਡਾ ਹੈ ਨਹੀਂ। ਇਹ ਬਾਰ-ਬਾਰ ਉਹਨੂੰ ਇੱਕ ਗਲਤ ਫਹਿਮੀ ਉਹਦਾ। ਇਹ ਇੱਕ ਸਿਆਸਤਦਾਨ ਦਾ ਦਿਮਾਗ ਬੋਲ ਰਿਹਾ। ਮੈਂ ਤੁਹਾਡੇ ਵੱਲੋਂ ਗੱਲ ਕਰਾਂ, ਨਹੀਂ ਸਿਆਸਤਦਾਨ ਵਾਲੀ ਗੱਲ ਨਹੀਂ। ਵੈਸੇ ਜਰਨਲ ਜਦੋਂ ਤੁਸੀਂ ਆਵਾ ਮੰਡਲ ਪਛਾਣ ਲੈਂਦੇ ਹੋ ਬੰਦੇ ਦਾ, ਜਦੋਂ ਲੰਬਾ ਸਮਾਂ ਤੁਸੀਂ ਸਿਆਸਤ ਰਹਿੰਦੇ ਹੋ, ਬੰਦੇ ਹੀ ਪਰਖਣੇ ਹੁੰਦੇ ਨੇ। ਹੋਰ ਕਿਹੜਾ ਵੀ ਆਪਾਂ ਨੇ ਇੱਥੇ ਕੋਈ ਬਿਜ਼ਨਸ ਕਰਨਾ ਹੁੰਦਾ ਜਾਂ ਆਪਣਾ ਕੋਲਡ ਡਰਿੰਕ ਦੀ ਏਜੰਸੀ ਆ ਜਾਂ ਆਪਣੇ ਕੋਲ ਵੱਡਾ ਕੋਈ ਫੈਕਟਰੀ ਲੱਗੀ ਹੋਈ ਆ। ਬੰਦਿਆਂ ਨਾਲ ਹੀ ਡੀਲਿੰਗ ਆ ਨਾ ਤੁਹਾਡੀ। ਬੰਦਿਆਂ ਦੀ ਸਮਝ ਆਉਣ ਲੱਗ ਜਾਂਦੀ ਹੈ ਤੁਹਾਨੂੰ ਯਾਰ ਕਿੱਥੇ ਖੜੇ ਨੇ। ਮੈਂ ਫੇਰ ਬਾਰ-ਬਾਰ ਕਹਿਣਾ ਵੀ ਜੇ ਮਿੱਤਰਾ ਸਿਆਸਤ ਕਰਨੀ ਆ ਤੇ ਇਹ ਕੋਈ ਪਤਾ ਨਹੀਂ ਕਿਹੜਾ ਕਿਹਦੇ ਨਾਲ ਕਦੋਂ ਇਕੱਠਾ ਹੋ ਜਾਵੇ। ਸਿਆਸਤ ਦੇ ਵਿੱਚ ਇਹ ਰਾਹ ਰਹਿੰਦੇ ਹੀ ਰਹਿੰਦੇ ਨੇ। ਜੇ ਸਿਆਸਤ ਕਰਨੀ ਹੈ ਪਰ ਖੁੱਲ੍ਹ ਕੇ ਕਹੇ ਬਾਈ ਜੀ ਸਿਆਸਤ ਕਰਨੀ, ਆਪਾਂ ਲੜਾਂਗੇ ਇਲੈਕਸ਼ਨ ਤੇ ਪੰਜਾਬ ਦੇ ਮੁੱਦਿਆਂ ਨੂੰ ਵੀ ਸੰਭਾਲਾਂਗੇ, ਪੰਜਾਬ ਦੇ ਲੋਕਾਂ ਦਾ ਜਿਹੜਾ ਹੱਲ ਵੀ ਕਰਾਂਗੇ। ਹੁਣ ਤਾਂ ਸਮਾਂ ਵੀ ਥੋੜਾ ਰਹਿ ਗਿਆ ਵੈਸੇ ਇਲੈਕਸ਼ਨਾਂ ਦੇ ਵਿੱਚ, ਜਿਆਦਾ ਖੁੱਲ੍ਹ ਕੇ ਆ ਜਾਣਾ ਚਾਹੀਦਾ। ਇਹਦਾ ਨੁਕਸਾਨ ਜਿਹੜਾ ਮੈਂ ਤੁਹਾਨੂੰ ਦੱਸ ਦਿੰਦਾ, ਇਹ ਹੋ ਸਕਦਾ ਮੈਂ ਇਹਦੇ ਵਿੱਚ ਜਿਹੜਾ ਹੈਗਾ, ਪਰ ਮੈਨੂੰ ਇਹ ਲੱਗਦਾ 50% ਤੋਂ ਬਾਅਦ ਮੈਂ ਇਹਦੇ ਪਰ ਸਹੀ ਹਾਂ। ਇਹਦਾ ਵੱਡਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਝੱਲਣਾ ਪੈਣਾ।
ਜਿਹੜੇ ਆ ਨਵੀਂ ਇੱਕ ਗਰੁੱਪ ਖੜਾ ਕੀਤਾ ਨਾ ਪੰਜਾਬ ਦੇ ਵਿੱਚ, ਜਿਹੜਾ ਯੂਥ ਆਮ ਆਦਮੀ ਕਰਦਾ ਸੀ, ਝਾੜੂ ਕਰਦਾ ਸੀ, ਉਹਨਾਂ ਨੂੰ ਖੁਦਮੁਖਤਿਆਰੀ ਦੇ ਨਾਂ ਦੇ ਉੱਤੇ ਸੰਤਾਂ ਦੇ ਨਾਂ ਲੈ ਕੇ ਇੱਕ ਵੱਖਰਾ ਰੂਟ ਦੇ ਦਿੱਤਾ ਗਿਆ। ਹੁਣ ਇਹਦਾ ਵੱਡਾ ਨੁਕਸਾਨ ਮਾਲਵੇ ਖਿੱਤੇ ਦੇ ਵਿੱਚ ਕਿਸਾਨਾਂ ਵਾਲੇ ਕਰਕੇ ਤਾਂ ਉਹਨੂੰ ਡੈਂਟ ਪਿਆ ਹੀ ਪਿਆ ਸੀ, ਖਾਸ ਕਰਕੇ ਗਰਾਹਾਂ ਗਰੁੱਪ ਦਾ ਬਹੁਤ ਵੱਡਾ ਜਿਹੜਾ ਹੈਗਾ ਟੈਂਟ ਸੀਗਾ। ਇਹਨਾਂ ਨੇ ਵੀ ਜਿਹੜਾ ਇੱਕ ਯੂਥ ਜਿਹੜਾ ਸੋਸ਼ਲ ਮੀਡੀਆ ਤੇ ਸਰਗਰਮ ਸੀ ਆਮ ਆਦਮੀ ਪਾਰਟੀ ਦਾ, ਉਹਨੂੰ ਜਿਹਨੂੰ ਕਹਿੰਦੇ ਪੰਜਾਬੀ 'ਚ ਪੱਟ ਕੇ ਲੈ ਗਏ, ਤੇ ਉਹਦਾ ਨੁਕਸਾਨ ਜਿਹੜਾ ਹੈਗਾ ਉਹ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ, ਜਿਹੜੀ ਤੀਜੀ ਧਿਰ ਪੰਜਾਬ 'ਚ ਬਣਨ ਜਾ ਰਹੀ ਸੀ। ਫਿਰ ਇਹ ਸਟੇਟ ਸ਼ੈਲਟਰ ਇਹ ਬਿਲਕੁਲ ਜੇ ਤੁਸੀਂ ਕਹਿ ਰਹੇ ਹੋ ਵੀ ਤੀਜੀ ਧਿਰ ਬਣਨ ਜਾ ਰਹੀ ਜੀ, ਬਿਲਕੁਲ ਕਿਉਂਕਿ ਕਿਤੇ ਨਾ ਕਿਤੇ ਸੰਕੇਤ ਕਰਦਾ ਹੈ ਵੀ ਸਟੇਟ ਸ਼ੈਲਟਰ ਹੈ ਤੇ ਜੇ ਕੋਈ ਨਵੀਂ ਧਿਰ ਉੱਠਦੀ ਉਹਨੂੰ ਦਬਾਇਆ ਜਾਵੇ। ਨਹੀਂ, ਜਦੋਂ ਉਹ ਇਨਕਲਾਬ ਦੀ ਗੱਲ ਕਰਦੇ ਆ, ਤੁਸੀਂ ਵੀ ਉਹਨਾਂ ਨਾਲ ਕਰਕੇ ਵੇਖ ਲੈਂਦੇ, ਇੱਕ ਵਾਰੀ ਕਰਕੇ ਤਾਂ ਵੇਖਦੇ। ਤੁਸੀਂ ਸਰਕਾਰ ਬਣਾਉਂਦੇ, ਤੁਸੀਂ ਜੇ ਤੁਹਾਨੂੰ ਨਹੀਂ ਲੱਗਦਾ ਸੀ ਫਿਰ ਲੋਕਾਂ ਨੂੰ ਕਹਿੰਦੇ ਭਾਈ ਇਹ ਸਹੀ ਨਹੀਂ ਉਤਰਦੇ, ਠੀਕ ਆ। ਅੱਜ ਤਾਂ ਤੀਜੀ ਧਿਰ ਆਈ ਨਹੀਂ, ਈਵਨ ਕਿ ਅਸੀਂ ਵੀ ਉਹਨਾਂ ਦੇ ਵਿਰੋਧੀ ਹਾਂ, ਪਰ ਉਹਨਾਂ ਨਾਲ ਕਿਤੇ ਨਾ ਕਿਤੇ ਤੁਹਾਨੂੰ ਐਕਸੈਸ ਬਣਾਉਣਾ ਚਾਹੀਦਾ ਸੀ ਨਾ, ਕਮਿਟਮੈਂਟ ਕਰਨੀ ਚਾਹੀਦੀ ਸੀ। ਅਸੀਂ ਤਾਂ ਮਾਨ ਨਾਲੋਂ ਵੀ ਫਰਕ ਨਾਲ ਮੋਰਚਾ ਲਾਈ ਪੈਂਦੇ ਆ, ਆਮ ਆਦਮੀ ਨਾਲ ਵੀ। ਫਿਰ ਮੁੜ ਕੇ ਅਸੀਂ ਹੁਣ ਨਵਾਂ, ਮੈਂ ਤਾਂ ਇੱਕਦਮ ਸੁਣ ਰਿਹਾ ਸੀ, ਕਹਿੰਦਾ ਜੀ ਅਕਾਲੀ ਦਲ ਬੜੀ ਚੰਗੀ ਪਾਰਟੀ ਹੈ, ਤੇ ਮੈਂ ਕਿਹਾ ਵੀ ਬੱਲੇ ਬੱਲੇ। ਕਹਿੰਦਾ ਕਾਂਗਰਸ ਬਹੁਤ ਜਿਹੜੀ ਮਾੜੀ ਆ, ਉਹਦੇ ਨਾਲ ਗੱਲ ਨਹੀਂ ਕੀਤੀ ਜਾ ਸਕਦੀ। ਮੈਂ ਕਿਹਾ ਫਿਰ ਤੇ ਫਰਕ ਹੀ ਕੋਈ ਨਹੀਂ। ਬਿਆਨ ਮੈਂ ਕਲੀਅਰ ਕਰ ਦੇਣਾ, ਉਹ ਬਿਆਨ ਇਹ ਸੀ ਕਿ ਕਾਂਗਰਸ ਤੇ ਯਕੀਨ ਨਹੀਂ ਹੈ, ਦੋ ਪਾਰਟੀਆਂ ਨੇ ਰਿਫਾਰਮ ਵੱਡਾ ਚਾਹੀਦਾ ਹੈ, ਕਾਂਗਰਸ ਤੇ ਯਕੀਨ ਨਹੀਂ ਹੈ। ਅਕਾਲੀ ਦਲ ਜੇ ਪੁਰਾਣਾ ਅਕਾਲੀ ਦਲ ਬਣ ਜੇ, ਆਪਦੇ ਨੂੰ ਸੁਧਾਰ ਲੇ ਤਾਂ ਸ਼ਾਇਦ ਪੰਜਾਬ ਸੁਧਰ ਸਕਦਾ। ਉਹਦਾ ਵੀ ਟਾਈਮ ਪੀਰੀਅਡ ਦੱਸਣਾ ਪਏਗਾ ਨਾ, ਵੀ ਜਿਹੜੀ ਰਾਮ ਰਹੀਮ ਵਾਲਾ ਮਿੱਤਰਤਾ ਵਾਲਾ ਅਕਾਲੀ ਦਲ ਚਾਹੀਦਾ ਕਿ ਮਾਸਟਰ ਤਾਰਾ ਸਿੰਘ ਵਾਲਾ ਅਕਾਲੀ ਦਲ ਚਾਹੀਦਾ ਕਿ ਜਥੇਦਾਰ ਮੋਹਨ ਸਿੰਘ ਤੋੜ ਵਾਲਾ ਅਕਾਲੀ ਦਲ ਚਾਹੀਦਾ, ਦੱਸੇ ਤਾਂ ਸਹੀ ਨਾ। ਮੈਂ ਫੇਰ ਤੁਹਾਨੂੰ ਕਹਿਣਾ ਵੀ ਹਿਸਟਰੀ ਵੀ ਅਧੂਰੀ, ਉਹ ਪਤਾ ਹਜੇ ਪੂਰੀ ਕਲੀਅਰ ਨਹੀਂ ਹੈਗੀ। ਗੱਲਾਂ ਅਸੀਂ ਮੈਂ ਕਰੀ ਜਾਵਾਂ, ਹੁਣ ਮੈਂ ਕੋਈ ਗੁਰਬਾਣੀ ਦੀ ਤੁਕ ਜੇ ਦੱਸਾਂ, ਉਹਦਾ ਅਰਥ ਨਾ ਪਤਾ ਹੋਵੇ ਤੇ ਫਿਰ ਮੇਰਾ ਕਰਨ ਦਾ ਕੀ ਫਾਇਦਾ। ਗੱਲਾਂ ਉਨੀਆਂ ਕੁ ਆਪਾਂ ਕਰੀਏ ਜਿੰਨੀਆਂ ਕਿ ਨਿਭ ਜਾਣ। ਇਹ ਪੰਜਾਬ ਦੇ ਲੋਕਾਂ ਨੂੰ ਇੱਕ ਆਦਤ ਬਣ ਗਈ ਵੀ ਸਾਡੇ ਤਾਂ ਉੱਪਰੋਂ ਆਊਗਾ ਕੋਈ ਦੇਵੀ ਸ਼ਕਤੀ ਨਾਲ, ਜਦਕਿ ਸਾਰੀ ਗੁਰਬਾਣੀ ਇਹ ਕਹਿੰਦੀ ਹੈ ਵੀ ਤੁਹਾਡੇ ਚੋਂ ਹੀ ਪੈਦਾ ਹੋਣਾ। ਬਲ ਹੋਆ ਬੰਧਨ ਛੁੱਟੈ, ਸਭ ਕੁਛ ਹੋ ਤਾਂ ਪਾਏ। ਜੇ ਬਲ ਆ ਨਾ ਅੰਦਰੋਂ, ਫੇਰ ਛੁੱਟਦਾ ਸਾਰਾ ਕੁਝ। ਫਿਰ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਥਾਪੀ ਦੇ ਕੇ ਭੇਜਦੇ ਨੇ, ਠੀਕ ਆ ਜੀ। ਉਹ ਪੰਜਾਬ ਦੀ ਇੱਟ ਨਾਲ ਇੱਟ ਖੜਕਾਉਂਦਾ, ਆਪਣਾ ਬੱਚਾ ਮਰਵਾਉਂਦਾ। ਇੱਥੇ ਬੱਚੇ ਤਾਂ ਬੰਬੇ ਸੇਫ ਨੇ, ਤੇ ਆਪਾਂ ਅਜੇ ਸਿੱਖੀ ਵੀ ਬਾਹਰਲੀ ਜਿਹੜੀ ਹੈਗੀ ਆ ਕਹਾਣਾ ਵੀ ਦਾੜੀ ਦੂੜੀ ਵਾਲੀ ਸਿੱਖੀ ਤਾਂ ਹੁਣ ਪਿੱਛੇ ਰਹਿ ਗਈ, ਕਿ ਪੱਗ ਵਾਲੀ ਵੀ ਸਿੱਖੀ ਹੁਣ ਤਾਂ ਅਜੇ ਉਹ ਕਹਾਣਾ ਵੀ ਪਰਨਾ ਹੀ ਲਪੇਟਿਆ ਹੋਇਆ, ਤੇ ਇਹ ਵੀ ਪਤਾ ਨਹੀਂ ਕਦੋਂ ਲੈ ਜਾਵੇ। ਚਲੋ ਵਿਚਾਰ ਤਾਂ ਹੋਣੇ ਚਾਹੀਦੇ ਆ ਨਾ। ਨਹੀਂ, ਵਿਚਾਰ ਸਰੂਪ ਵਾਲੀ ਗੱਲ ਮੰਨਦੇ ਹਾਂ, ਜ਼ਰੂਰੀ ਹੈ। ਸਰੂਪ ਵਾਲੀ ਗੱਲ ਕਿਤੇ ਨਾ ਕਿਤੇ ਢੁਕਦੀ ਜ਼ਰੂਰ ਹੈ, ਪਰ ਵਿਚਾਰਾਂ ਨਾਲ ਵੱਡੀ ਚੀਜ਼ ਹੈ। ਵਿਚਾਰਾਂ ਨਾਲ ਨਹੀਂ, ਤੁਹਾਨੂੰ ਜਿਹੜਾ ਖਾਸ ਕਰਕੇ ਜਦੋਂ ਸਿੱਖ ਪੋਲਿਟਿਕਸ ਦੇ ਵਿੱਚ ਤੁਸੀਂ ਗੱਲ ਕਰੋਗੇ ਨਾ, ਜਦੋਂ ਭਿੰਡਰਾਂ ਵਾਲੀ ਦੀ ਗੱਲ ਕਰੋਗੇ, ਬਾਬੇ ਭਿੰਡਰਾਂ ਵਾਲੀ ਦੀ ਗੱਲ ਕਰੋਗੇ, ਤੇ ਫਿਰ ਮੇਰਾ ਸਿਰ ਮੂੰਹ ਦਾ ਮੁੰਨਿਆ, ਤੇ ਫਿਰ ਮੈਂ ਕਿਵੇਂ ਕਰਾਂਗਾ। ਅਗਲਾ ਕਹਿੰਦਾ ਯਾਰ ਜਾਣਦੇ ਆ, ਤੁਹਾਨੂੰ ਕੁਐਸਚਨ ਹੋਏਗਾ ਹੀ ਹੋਏਗਾ। ਨਹੀਂ, ਅਗਲਾ ਕਹਿੰਦਾ ਬਾਈ ਜੀ ਮੇਰੇ ਅੰਦਰੋਂ ਆਵਾਜ਼ ਆਈ, ਮੈਂ ਬਹੁਤ ਦੁਨੀਆ ਸਿੱਖੀ ਸਰੂਪ ਦੇ ਵਿੱਚ ਆਈ ਆ, ਬਹੁਤ ਗੋਰੇ ਸਿੱਖੀ ਸਰੂਪ ਦੇ ਵਿੱਚ ਆਏ ਨੇ, ਪ੍ਰਭਾਵਿਤ ਹੋ ਗਏ। ਤੇ ਤੁਸੀਂ ਪੰਜਾਬ ਦੇ ਜੰਮੇ, ਪੰਜਾਬ ਦੀ ਹਿਸਟਰੀ ਨੂੰ ਜਾਣਦੇ, ਪੰਜਾਬ ਦੀ ਆਈਡੀਓਲੋਜੀ ਦੀ ਗੱਲ ਕਰਦੇ ਹੋ, ਸਿੱਖੀ ਸਿਧਾਂਤਾਂ ਦੀ ਗੱਲ ਕਰਦੇ ਹੋ, ਤੇ ਤੁਸੀਂ ਅਜੇ ਨੇੜੇ ਤੇੜੇ ਵੀ ਨਹੀਂ। ਤੇ ਇਹ ਜਿਹੜਾ ਹੈਗਾ ਤੁਹਾਡੀ ਜਿਹੜੀ ਲੋਕਾ, ਉਹ ਸਾਰਾ ਕੁਝ ਜਿਹੜੀ ਹੈਗੀ ਆ ਜੱਜਮੈਂਟ ਦੇ ਦਿੰਦੀ ਹੈ। ਜਦੋਂ ਅਸੀਂ ਗੁਰਜੰਟ ਸਿੰਘ ਬੁੱਧ ਸਿੰਘ ਵਾਲੀਆਂ ਗੱਲਾਂ ਕਰਦੇ ਹਾਂ, ਉਹਨਾਂ ਦਾ ਇੱਕ ਜੀਵਨ ਸੀ, ਠੀਕ ਆ। ਉਹਨਾਂ ਦੀਆਂ ਫਿਰ ਦੂਜੀ ਗੱਲ, ਉਹਨਾਂ ਨਾਲ ਕਿਹੜਾ ਸਾਡੀ ਬਣਦੀ ਆ। ਬਿਲਕੁਲ। ਇੱਕ ਸਿੱਖ ਸ਼ਹਾਦਤ ਵਾਲਾ ਗਰੁੱਪ ਆ, ਭਾਈ ਮਨਤੀਰ ਸਿੰਘ ਉਹਨਾਂ ਮੇਰੇ ਮਿੱਤਰ ਵੀ ਨੇ, ਭਾਈ ਦਲਜੀਤ ਸਿੰਘ ਹੋਣੀ ਹੈ, ਉਹ ਵੀ ਅੱਡ ਹੋ ਗਏ। ਅਜੇਪਾਲ ਬਰਾੜ ਜੀ ਵੀ ਛੱਡ ਗਏ, ਜਿਹੜੇ ਲਾਸਟ ਤੱਕ ਸਾਤੋਂ ਬਾਅਦ ਚ ਵੀ ਰਹੇ ਨੇ। ਇਸ ਕਰਕੇ ਕਿਸੇ ਨਾਲ ਤਾਂ ਬਣੇ। ਇਹਦਾ ਮਤਲਬ ਤਾਂ ਇਹ ਆ ਵੀ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਅਸੀਂ ਕੀਤੀ ਹੋਈ ਆ। ਤੇ ਮੈਨੂੰ ਤਾਂ ਇਹ ਲੱਗਦਾ ਵੀ ਜਿਵੇਂ ਟਾਈਮ ਪਾਸ ਜਾ ਕਰਦਾ ਹੁੰਦਾ, ਡਿਸਟਰਬੈਂਸ ਜੀ ਕ੍ਰੀਏਟ ਕਰਨੀ ਆ। ਤੇ ਮੇਜਰ ਜਿਹੜੀਆਂ ਪਾਰਟੀਆਂ ਨੇ, ਰਵਾਇਤੀ ਪਾਰਟੀਆਂ ਜਿਹੜੀ ਕਨਵੈਨਸ਼ਨਲ ਪੋਲਿਟਿਕਸ ਦੇ ਵਿੱਚ, ਉਹਨਾਂ ਨੂੰ ਸਪੋਰਟ ਕਰਨੀਆਂ। ਤੇ ਇਹਦੇ ਵਿੱਚ ਕਈ ਵਾਰ ਫਾਈਨੈਂਸ਼ੀਅਲ ਲਾਸ ਵੀ ਜਿਹੜੇ ਹੈਗੇ ਨੇ ਪੂਰੇ ਹੋ ਜਾਂਦੇ ਨੇ, ਜਿਹੜੇ ਹੋਏ ਹੁੰਦੇ ਨੇ। ਸਾਨੂੰ ਇਹ ਗੱਲਾਂ ਜਿਹੜੀਆਂ ਮੈਨੂੰ ਕਹਿਣੀਆਂ ਨਹੀਂ ਚਾਹੀਦੀਆਂ। ਮੈਂ ਫਿਰ ਵੀ ਕਹਿਣਾ ਵੀ ਮੈਂ ਨਿੱਜੀ ਤੌਰ 'ਤੇ ਤਾਂ ਕਦੇ ਵਿਰੋਧੀ ਨਹੀਂ। ਸਿਆਸਤ ਦੇ ਵਿੱਚ ਕੋਈ ਪਤਾ ਨਹੀਂ ਕਿਹੜਾ ਕਿਤੇ ਨਾ ਕਿੱਥੇ ਇਕੱਠਾ ਹੋ ਜਾਵੇ, ਪਰ ਉਹਨੂੰ ਕਲੀਅਰ ਕਰਨਾ ਪਊਗਾ। ਬਿਲਕੁਲ ਕਲੀਅਰ ਕਰਨਾ ਪਵੇਗਾ। ਇਸੇ ਸਪਸ਼ਟਤਾ ਦੇ ਕਰਕੇ ਐਪੀਸੋਡ ਇੰਟਰਵਿਊ ਤੁਹਾਡੇ ਤੱਕ ਲੈ ਕੇ ਆਏ ਹਾਂ, ਕਿਉਂਕਿ ਜਿਹੜੇ ਸਵਾਲ ਉੱਠ ਰਹੇ ਨੇ ਉਹ ਸਵਾਲ ਹਜੇ ਵੀ ਉੱਠ ਰਹੇ ਨੇ। ਬੇਸ਼ੱਕ ਉਹਨਾਂ ਤੇ ਕੁਝ ਨਾ ਕੁਝ ਸਮੇਂ ਦੀ ਪਰਤ ਆ ਜੋ 5-6 ਮਹੀਨਿਆਂ ਦੀ ਜੰਮ ਗਈ ਆ, ਲੇਕਿਨ ਉਹ ਕਿਤੇ ਨਾ ਹੋਵੇ ਵੀ ਅੱਜ ਜੰਮੀਆਂ ਪਰਤਾਂ ਕੱਲ ਨੂੰ ਜਾ ਕੇ ਕਿਤੇ ਨਾ ਕਿਤੇ ਅਜਿਹੀ ਜੜ ਫਿੱਟ ਹੋ ਜੇ ਜਿਹੜਾ ਪੰਜਾਬ ਦੇ ਲਈ ਖਤਰਾ ਹੋਵੇ। ਬੇਸ਼ੱਕ ਸ਼ੱਕ ਪ੍ਰਗਟਾਏ ਗਏ, ਬੇਸ਼ੱਕ ਸਵਾਲ ਖੜੇ ਕੀਤੇ ਗਏ। ਸੋ ਇਹਨਾਂ ਦੇ ਸਵਾਲ ਜਵਾਬ ਵੀ ਲਵਾਂਗੇ, ਹਰ ਉਸ ਬੰਦੇ ਤੋਂ ਲਵਾਂਗੇ ਜੋ ਉਸ ਜਗ੍ਹਾ ਦੇ ਨਾਲ ਜਾਂ ਉਸ ਪੂਰੀ ਮੂਵਮੈਂਟ ਦੇ ਨਾਲ, ਮੁਹਿੰਮ ਦੇ ਨਾਲ ਮੁਖਾਤਿਬ ਹੁੰਦਾ ਰਿਹਾ ਹੈ। ਪਰ ਜ਼ਰੂਰੀ ਇਸ ਵਕਤ ਇਹ ਆ ਕਿ ਸਤਰਕ ਰਹੀਏ, ਸਾਵਧਾਨ ਰਹੀਏ, ਕਿਉਂਕਿ ਹਾਲਾਤ ਵਿਗੜਦੇ ਨਜ਼ਰ ਆ ਰਹੇ ਨੇ, ਭਵਿੱਖ ਖਤਰੇ ਵਿੱਚ ਨਜ਼ਰ ਆ ਰਿਹਾ ਹੈ। ਤੇ ਭਵਿੱਖ ਨੂੰ ਬਚਾਉਣ ਦੇ ਲਈ ਸਾਨੂੰ ਖੁਦ ਨੂੰ ਸਾਵਧਾਨੀ ਵਰਤਣੀ ਪੈਣੀ ਆ, ਕਿਉਂਕਿ ਸਿਆਣੇ ਕਹਿੰਦੇ ਨੇ ਆਪਣੇ ਘਰ ਦੀ ਸਫਾਈ ਦੇ ਵਿੱਚ ਹੱਥ ਗੰਦੇ ਆਪ ਹੀ ਕਰਨੇ ਪੈਂਦੇ ਆ।